ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਸ਼ਲੋਕ ਭਾਈ ਸਾਹਿਬ ਜੀ ਪਾਸੋਂ ਆਪ ਜੀਆਂ ਨੇ ਸਰਵਨ ਕੀਤੇ। ਅੱਜ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋਇਆ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਬਾਬਾ ਫਰੀਦ ਸਾਹਿਬ ਜੀ ਪਾਵਨ ਅੰਮ੍ਰਿਤਮਈ ਬਾਣੀ ਦੇ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਸ਼ੇਖ ਫਰੀਦ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਫਰੀਦਾ ਇਟ ਸਿਆਣੇ ਭੋਏ ਸਵਣ। ਕੀੜਾ ਲੜਿਓ ਮਾਸ। ਕੇਤੜਿਆਂ ਜੁਗ ਵਾਪਰੇ। ਇਕਤ ਪਿਆ ਪਾਸ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਨਾਲ ਸਾਂਝ ਪਾਉਂਦੇ ਆ ਰਹੇ ਹੋ। ਅੱਜ ਦੇ ਜੋ ਪਾਵਨ ਸ਼ਲੋਕ ਆਪ ਜੀ ਨੇ ਸਰਵਨ ਕੀਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1381 ਦੇ ਉੱਪਰ ਸੁਭਾਏਮਾਨ ਹਨ। ਬਾਬਾ ਫਰੀਦ ਸਾਹਿਬ ਜੀ ਇਸ ਪਾਵਨ ਸ਼ਲੋਕ ਵਿੱਚ ਕਿਰਪਾ ਕਰਦੇ ਨੇ। ਜੋ ਇਸਲਾਮੀ ਤਰੀਕੇ ਦੇ ਨਾਲ ਸਰੀਰ ਜਦੋਂ ਇਹ ਮੌਤ ਦੇ ਵੱਸ ਪੈ ਜਾਂਦਾ ਹੈ ਜਾਂ ਇਹ ਸਰੀਰ ਦੀ ਮੌਤ ਹੁੰਦੀ ਹੈ, ਤਾਂ ਕਬਰ ਦੇ ਵਿੱਚ ਜਦੋਂ ਉਹਨੂੰ ਰੱਖਿਆ ਜਾਂਦਾ ਹੈ, ਉਸ ਹਾਲਤ ਨੂੰ ਬਾਬਾ ਫਰੀਦ ਸਾਹਿਬ ਜੀ ਨੇ ਬਿਆਨ ਕੀਤਾ। ਪਰ ਦੋ ਤਲ ਤੇ ਵਿਚਾਰ ਆਪਾਂ ਸਮਝ ਕੇ ਚੱਲਣਾ, ਇੱਕ ਮਾਨਸਿਕ ਤਲ ਤੇ ਇੱਕ ਸਰੀਰਕ ਤਲ ਤੇ, ਕਿਉਂਕਿ ਵੱਖ-ਵੱਖ ਧਰਮ ਨੇ ਤੇ ਵੱਖ-ਵੱਖ ਧਰਮ ਦੀ ਵੱਖ-ਵੱਖ ਮਰਿਆਦਾ ਹੈ। ਕੋਈ ਦਫਨਾਉਂਦਾ ਹੈ ਤੇ ਕੋਈ ਅੱਗ ਦੇ ਵਿੱਚ ਸਾੜਦਾ ਹੈ, ਕੋਈ ਅਗਨ ਭੇਟ ਕਰਦਾ ਹੈ ਤੇ ਕੋਈ ਇਹਨੂੰ ਦਫਨਾਉਂਦਾ ਹੈ। ਹੁਣ ਜਿਹੜਾ ਅਗਨ ਭੇਟ ਹੋ ਗਿਆ, ਉਹਦੇ ਸਿਰ ਹੇਠਾਂ ਨਾ ਇੱਟ ਰੱਖਣ ਦੀ ਲੋੜ ਹੈ ਤੇ ਨਾ ਹੀ ਉਹਨੂੰ ਕਿਸੇ ਕੀੜੇ ਨੇ ਆ ਕੇ ਕੱਟਣਾ। ਇਸ ਲਈ ਦੋ ਤਲ ਤੇ ਵਿਚਾਰ ਜਿਹੜੀ ਆ ਉਹ ਸਾਨੂੰ ਸਮਝਣੀ ਪਏਗੀ, ਮਾਨਸਿਕ ਤਲ ਉੱਤੇ ਵੀ ਸਰੀਰਕ ਤਲ ਦੇ ਉੱਤੇ ਵੀ। ਬਾਬਾ ਫਰੀਦ ਸਾਹਿਬ ਜੀ ਸਰੀਰਕ ਤਲ ਤੇ ਗੱਲ ਕਰਦਿਆਂ ਸਮਝਾ ਮਾਨਸਿਕ ਤਲ ਤੇ ਰਹੇ ਨੇ, ਕਿਉਂਕਿ ਅਸੀਂ ਸਮਝਣਾ ਹੀ ਮਨ ਦੇ ਤਲ ਤੇ ਹੈ। ਪਰ ਸਰੀਰ ਦੇ ਰਾਹੀਂ ਮਨ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਪਹਿਲੇ ਆਪਾਂ ਇਸ ਗੱਲ ਨੂੰ ਸਮਝ ਲਈਏ ਕਿ ਜਦੋਂ ਇਹ ਸਰੀਰ ਮੁਰਦਾ ਹੋ ਗਿਆ, ਇਹ ਸਰੀਰ ਡੈੱਡ ਹੋ ਗਿਆ, ਤਾਂ ਇਸਲਾਮੀ ਤਰੀਕੇ ਦੇ ਨਾਲ ਇਹਨੂੰ ਜਦੋਂ ਦਫਨਾਇਆ ਜਾਂਦਾ ਹੈ, ਉਦੋਂ ਇਹਦੇ ਸਿਰ ਦੇ ਹੇਠਾਂ ਇੱਟ ਰੱਖ ਦਿੱਤੀ ਗਈ। ਜਿਵੇਂ ਇਹਨੂੰ ਲਟਾਇਆ ਸੀ ਬਸ ਉਵੇਂ ਦਾ ਉਵੇਂ ਹੀ ਇਹ ਲੇਟਿਆ ਹੋਇਆ ਕਿੰਨਾ ਸਮਾਂ ਲੰਘ ਗਿਆ, ਪਿਆ ਰਿਹਾ। ਭਾਵ ਕੀੜਾ ਜਿਹੜਾ ਸੀ ਉਹ ਵੀ ਆ ਕੇ ਇਹਦੇ ਮਾਸ ਨੂੰ ਲੜ ਗਿਆ, ਕੱਟ ਗਿਆ। ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਦੇਖ ਬੰਦਿਆ,
ਤੇਰਾ ਹਜੇ ਜ਼ਿੰਦਗੀ ਦਾ ਸਵਾਸ ਚੱਲਦਾ ਹੈ, ਤੇ ਜਦੋਂ ਤੇਰੀ ਜ਼ਿੰਦਗੀ ਦਾ ਸਵਾਸ ਮੁੱਕ ਗਿਆ ਤੇ ਹਾਲਤ ਸਰੀਰ ਦੀ ਇਹ ਹੋ ਜਾਣੀ ਹੈ। ਅੱਜ ਤੇ ਮਾੜਾ ਜਿਹਾ ਸਰੀਰ ਨੂੰ ਆ ਕੇ ਕੋਈ ਕੀੜਾ ਕੱਟ ਜਾਏ ਤੇ ਅਸੀਂ ਉਸੇ ਵੇਲੇ ਹਟਾ ਦਿੰਨੇ ਆ, ਉਸੇ ਵੇਲੇ ਉਹਨੂੰ ਪਾਸੇ ਕਰ ਦਿੰਨੇ ਆ। ਪਰ ਇੱਕ ਸਮਾਂ ਐਸਾ ਆਏਗਾ ਕਿ ਸਰੀਰ ਪਿਆ ਹੋਇਆ ਕੀੜਾ ਉਹਨੂੰ ਕੱਟ ਰਿਹਾ, ਪਰ ਤੇਰੇ ਕੋਲ ਇੰਨੀ ਹਿੰਮਤ ਨਹੀਂ ਕਿ ਤੂੰ ਆਪਣਾ ਹੱਥ ਜਿਹੜਾ ਹੈ ਇਹਨੂੰ ਚੁੱਕ ਕੇ ਤੇ ਉਸ ਕੀੜੇ ਨੂੰ ਪਰੇ ਹਟਾ ਸਕੇ। ਜ਼ਿੰਦਗੀ ਦਾ ਸਮਾਂ ਹੈ, ਹਜੇ ਸਵਾਸ ਜੀਵਨ ਦੇ ਜਿਹੜੇ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ। ਇਹ ਸਵਾਸਾਂ ਦੇ ਰਾਹੀਂ ਅਸੀਂ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਕਰ ਲਈਏ, ਗੋਬਿੰਦ ਨੂੰ ਮਿਲਣ ਵਾਸਤੇ ਕੁਝ ਯਤਨ ਕਰ ਲਈਏ, ਕੁਝ ਕੋਸ਼ਿਸ਼ ਕਰ ਲਈਏ, ਕੁਝ ਉਦਮ ਕਰ ਲਈਏ ਕਿ ਇਸ ਸਮੇਂ ਦੇ ਵਿੱਚ ਸਾਨੂੰ ਕਿਤੇ ਗੋਬਿੰਦ ਪਰਮੇਸ਼ਵਰ ਦਾ ਮਿਲਾਪ ਹੋ ਜਾਏ। ਕਿਉਂਕਿ ਪਰਮੇਸ਼ਵਰ ਦਾ ਮਿਲਾਪ ਜਿਹੜਾ ਹੈ ਉਹ ਮਰਨ ਤੋਂ ਬਾਅਦ ਨਹੀਂ, ਉਹ ਤਾਂ ਜੀਵਨ ਦੀਆਂ ਜੀ ਹੈ। ਜੀਵਨ ਜੁਗਤ ਦੀ ਜਾਚ ਸਾਨੂੰ ਦੱਸ ਕੇ ਜੀਵਨ ਮੁਕਤ ਵੱਲ ਸਾਨੂੰ ਲਿਜਾਇਆ ਗਿਆ ਗੁਰਬਾਣੀ ਦੇ ਆਸਰੇ ਕਿ ਮਰਨ ਤੋਂ ਬਾਅਦ ਨਾ ਜੀਵਨ ਜੁਗਤ ਹੈ ਤੇ ਨਾ ਜੀਵਨ ਮੁਕਤ ਹੈ। ਇਹ ਬਹਿਰੂਨੀ ਤਲ ਤੇ ਆਪਾਂ ਜਦੋਂ ਗੱਲ ਕਰਾਂਗੇ, ਪਰ ਫਿਰ ਬੇਨਤੀ ਕਰਾਂ ਕਿ ਸਾਰੇ ਜਿੰਨੇ ਵੀ ਸਰੀਰ ਨੇ, ਜ਼ਰੂਰੀ ਨਹੀਂ ਕਿ ਸਾਰਿਆਂ ਨੂੰ ਹੀ ਦਫਨਾਇਆ ਜਾਂਦਾ ਹੈ। ਇਹ ਤਾਂ ਇਸਲਾਮੀ ਧਰਮ ਦੇ ਮੁਤਾਬਕ ਹੈ, ਪਰ ਜੇ ਆਪਾਂ ਆਪਣੇ ਧਰਮ ਦੇ ਬਾਰੇ ਆਪਾਂ ਵੇਖੀਏ ਤਾਂ ਸਾਡਾ ਤੇ ਸਰੀਰ ਦਾ ਸੰਸਕਾਰ ਕੀਤਾ ਜਾਂਦਾ ਹੈ। ਫਿਰ ਉੱਥੇ ਨਾ ਕਬਰ ਹੈ, ਨਾ ਇੱਟ ਹੈ ਤੇ ਨਾ ਕੀੜਾ ਹੈ। ਉੱਥੇ ਤੇ ਅੱਗ ਦੇ ਵਿੱਚ ਸਰੀਰ ਸੜ ਕੇ ਸੁਆਹ ਹੋ ਗਿਆ। ਹੁਣ ਥੋੜਾ ਜਿਹਾ ਮਾਨਸਿਕ ਤਲ ਤੇ ਇਹਨੂੰ ਸਮਝਣ ਦਾ ਯਤਨ ਕਰਨਾ। ਬਾਬਾ ਫਰੀਦ ਸਾਹਿਬ ਕਹਿੰਦੇ, ਬੰਦਿਆ ਤੂੰ ਹੰਕਾਰ ਦੀ ਇੱਟ ਜਿਹੜੀ ਹੈ ਆਪਣੇ ਸਿਰ ਦੇ ਹੇਠਾਂ ਰੱਖ ਕੇ ਪਿਆ ਹੋਇਆ। ਹੰਕਾਰ ਦੀ ਇੱਟ ਤੇ ਮੋਹ ਮਾਇਆ ਦੀ ਨੀਂਦ ਵਿੱਚ ਤੂੰ ਸੁੱਤਾ ਪਿਆ ਹੈ। ਔਰ ਮਨ ਜਿਹੜਾ ਇਸ ਸਰੀਰ ਨੂੰ ਕੀੜਾ ਬਣ ਕੇ ਕੱਟ ਰਿਹਾ ਹੈ, ਕਿਉਂਕਿ ਮਨ ਜਿਹੜਾ ਉਹ ਸਰੀਰ ਨਾਲ ਹੀ ਜੁੜਿਆ ਹੋਇਆ। ਇਹ ਆਤਮਿਕ ਤਲ ਤੇ ਤਾਂ ਜੁੜਿਆ ਹੀ ਨਹੀਂ। ਜੇ ਕਿਤੇ ਆਤਮਿਕ ਤਲ ਨਾਲ ਜੁੜਿਆ ਹੁੰਦਾ, ਅੰਦਰ ਦੇ ਜੀਵ ਨਾਲ ਜੁੜਿਆ ਹੁੰਦਾ, ਫਿਰ ਤਾਂ ਇਸ ਬੰਦੇ ਨੂੰ ਸਮਝਾਉਣ ਦੀ ਲੋੜ ਹੀ ਨਹੀਂ ਸੀ। ਫਿਰ ਮਨੁੱਖ ਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਸੀ ਪੈਣੀ। ਕਿਉਂ ਇਹਨੂੰ ਸਮਝਾਉਣ ਦੀ ਜ਼ਰੂਰਤ ਪਈ? ਗੁਰਬਾਣੀ ਦੇ ਰਾਹੀਂ, ਉਸ ਮਾਲਕ ਦੇ ਸੱਚੇ ਨਾਮ ਦੇ ਰਾਹੀਂ, ਗੁਰੂ ਦੇ ਗਿਆਨ ਰਾਹੀਂ ਕਿਉਂ ਸਮਝਾਉਣ ਦੀ ਲੋੜ ਪਈ? ਕਿਉਂਕਿ ਇਹ ਆਪਣੇ ਅੰਦਰ ਦੇ ਜੀਵ ਨੂੰ ਭੁਲਾ ਕੇ ਬੈਠਾ ਹੋਇਆ ਹੈ। ਜਿਹੜੀ ਖੁਰਾਕ ਇਹਨੇ ਇਸ ਜਨਮ ਵਿੱਚ ਆ ਕੇ ਲੈਣੀ ਸੀ, ਉਹ ਖੁਰਾਕ ਇਹ ਲੈਣਾ ਛੱਡੀ ਬੈਠਾ ਹੈ। ਇਹ ਸਿਰਫ ਉਹ ਖੁਰਾਕ ਲੈ ਰਿਹਾ ਜਿਹੜੀ ਸਰੀਰ ਨੂੰ ਚਾਹੀਦੀ ਹੈ। ਸਰੀਰ ਦੇ ਨਾਲ ਇਹ ਜੁੜਿਆ। ਹੁਣ ਸਰੀਰ ਕੀ ਹੈ? ਸਰੀਰ ਵੀ ਤਾਂ ਮਿੱਟੀ ਹੈ। ਸਰੀਰ ਕੀ ਹੈ? ਜੇ ਸਰੀਰ ਵੇਖਾਂਗੇ, ਇਹ ਵੀ ਤਾਂ ਇੱਕ ਕਬਰ ਹੀ ਹੈ। ਇਸ ਕਬਰ ਦੇ ਅੰਦਰ ਜੋ ਮਨ ਕਹਿ ਲੋ ਕਿ ਮਨ ਹੈ, ਉਹ ਇੱਕ ਕੀੜਾ ਹੈ। ਔਰ ਇਸ ਕਬਰ ਦੇ ਅੰਦਰ ਜਿਹੜਾ ਜੀਵ ਹੈ ਉਹ ਪੰਛੀ ਹੈ। ਜਿੱਦਨ ਅੰਦਰੋਂ ਪੰਛੀ ਨੇ ਉਡਾਰੀ ਮਾਰ ਜਾਣੀ ਤੇ ਇਹ ਕੱਲੀ ਕਬਰ ਹੀ ਰਹਿ ਜਾਣੀ ਹੈ। ਇਹ ਸਰੀਰ ਮਿੱਟੀ ਹੈ, ਮਿੱਟੀ ਹੀ ਬਣ ਜਾਣਾ। ਇਸ ਲਈ ਕਹਿ ਰਹੇ ਨੇ ਕਿ ਤੂੰ ਆਪਣਾ ਹੰਕਾਰ ਛੱਡ ਤੇ ਇਸ ਮੋਹ ਮਾਇਆ ਦੀ ਨੀਂਦ ਵਿੱਚੋਂ ਦੀ ਜਾਗ। ਨਹੀਂ ਤਾਂ ਇੱਕ ਦਿਨ ਪੱਕੀ ਨੀਂਦ ਆ ਗਈ ਤੇ ਸੌਂ ਗਿਆ, ਮੁੜ ਕੇ ਜਾਗਣਾ ਔਖਾ ਹੋ ਜਾਏਗਾ। ਹੁਣ ਤੇ ਚਲੋ ਜਾਗ ਆ ਜਾਂਦੀ ਹੈ ਨਾ, ਪਰ ਜਦੋਂ ਪੱਕੀ ਨੀਂਦ ਆ ਗਈ ਤੇ ਫਿਰ ਜਾਗ ਨਹੀਂ ਜੇ ਆਉਣੀ। ਫਿਰ ਸਮਾਂ ਵੀ ਦੁਬਾਰਾ ਪ੍ਰਾਪਤ ਨਹੀਂ ਹੋਣਾ। ਇਹ ਸਮਾਂ ਵੀ ਹੱਥੋਂ ਨਿਕਲ ਜਾਣਾ। ਕਿੰਨੀ ਵਾਰ ਆਪਾਂ ਇਸ ਗੱਲ ਨੂੰ ਦੁਹਰਾ ਚੁੱਕੇ ਹਾਂ ਕਿ ਸਾਨੂੰ ਬਾਰ-ਬਾਰ ਇਹੀ ਗੱਲ ਸਮਝਾਈ ਗਈ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਤੇਰੀ ਜ਼ਿੰਦਗੀ ਦਾ ਪਿਛਲਾ ਸਮਾਂ ਬਹੁਤ ਦੂਰ ਰਹਿ ਗਿਆ ਬੰਦਿਆ। ਹੁਣ ਤਾਂ ਜਾਗ ਲੈ, ਹੁਣ ਤਾਂ ਸੁਚੇਤ ਹੋ ਜਾ, ਹੁਣ ਤਾਂ ਸਾਵਧਾਨ ਹੋ ਕੇ ਜਿਸ ਲਈ ਤੂੰ ਮਨੁੱਖਾ ਜਨਮ ਵਿੱਚ ਆਇਆ ਉਹ ਕਰਮ ਤੂੰ ਹੁਣ ਤਾਂ ਕਰ ਲੈ, ਕਿਉਂਕਿ ਹੁਣ ਤਾਂ ਤੇਰਾ ਨੇੜਾ ਆ ਗਿਆ ਸਮਾਂ।
ਜਾਂ ਕਬੀਰ ਸਾਹਿਬ ਜੀ ਦੇ ਆਪਾਂ ਸ਼ਲੋਕ ਲਈਏ ਤਾਂ ਕਬੀਰ ਜੀ ਕਹਿੰਦੇ, ਕਬੀਰ ਸੂਤਾ ਕਿਆ ਕਰਹਿ। ਹੁਣ ਉਹ ਸੁੱਤਾ ਕਿਹੜਾ ਹੈ? ਸਰੀਰਕ ਤਲ ਦੇ ਉੱਤੇ ਨਹੀਂ, ਮਾਨਸਿਕ ਤਲ ਤੇ ਸੁੱਤਾ ਪਿਆ। ਔਰ ਮਾਨਸਿਕ ਤਲ ਤੇ ਸੁੱਤਾ ਕਿਉਂ? ਕਿਉਂਕਿ ਮੋਹ ਮਾਇਆ ਦੀ ਨੀਂਦ ਆਈ ਪਈ ਹੈ। ਇਸ ਮਾਇਆ ਨੇ ਐਸਾ ਮੋਹ ਲਿਆ ਕਿ ਬਸ ਅੰਦਰ ਮਨ ਜਿਹੜਾ ਸੀ ਉਹ ਗੂੜੀ ਨੀਂਦ ਸੌਂ ਗਿਆ, ਐਸਾ ਸੌਂ ਗਿਆ ਕਿ ਮੁੜ ਕੇ ਇਹਨੂੰ ਜਾਗ ਆਈ ਨਾ। ਸਰੀਰ ਦਾ ਸਮਾਂ ਜਿਹੜਾ ਸੀ ਸਵਾਸਾਂ ਰੂਪੀ ਇਹ ਗੁਜ਼ਰਦਾ ਜਾ ਰਿਹਾ, ਮਨ ਅੰਦਰ ਜਾਗਿਆ ਨਹੀਂ ਤੇ ਸਰੀਰ ਨੇ ਵੀ ਇੱਕ ਦਿਨ ਪੱਕੇ ਸੌਂ ਜਾਣਾ। ਇਸ ਲਈ ਕਿਹਾ, ਕਬੀਰ ਸੂਤਾ ਕਿਆ ਕਰੈ, ਉੱਠ ਕੇ ਨਾ ਜਪੈ ਮੁਰਾਰ। ਤੂੰ ਉੱਠ ਕੇ ਕਿਉਂ ਨਹੀਂ ਪਰਮੇਸ਼ਵਰ ਦੇ ਨਾਮ ਦਾ ਜਾਪ ਕਰਦਾ? ਇੱਕ ਦਿਨ ਸੋਵਨ ਹੋਏਗੋ ਲੰਬੈ ਗੋਂਡ ਪਸਾਰ। ਕਹਿੰਦੇ ਇੱਕ ਦਿਨ ਤਾਂ ਤੇਰਾ ਪੱਕਾ ਸੌਣਾ ਹੋ ਹੀ ਜਾਣਾ। ਉਸ ਦਿਨ ਤੂੰ ਫਿਰ ਬਾਹਾਂ ਤੇ ਲੱਤਾਂ ਖਿਲਾਰ ਕੇ ਸੁੱਤਾ ਰਹੀਂ। ਉਸ ਦਿਨ ਨਾ ਤੈਨੂੰ ਜਾਗ ਆਉਣੀ ਤੇ ਨਾ ਹੀ ਤੈਨੂੰ ਕਿਸੇ ਨੇ ਜਗਾਉਣਾ ਹੈ। ਫਿਰ ਕਹਿੰਦੇ ਸਾਨੂੰ ਸਮਝਾਇਆ, ਕਬੀਰ ਸੂਤਾ ਕਿਆ ਕਰੈ। ਤੂੰ ਉਹ ਸੁੱਤਾ ਹੋਇਆ ਕੀ ਕਰਦਾ ਪਿਆ? ਤੂੰ ਉਸ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰ। ਤੂੰ ਪਰਮੇਸ਼ਵਰ ਦੇ ਨਾਮ ਦਾ ਜਾਪ ਕਰ। ਜਿਹਦੇ ਤੋਂ ਵਿਛੜਿਆ ਹੈ ਉਹਦੇ ਨਾਲ ਮਿਲਣ ਦਾ ਯਤਨ ਕਰ। ਹੁਣ ਦੁਨੀਆ ਤੋਂ ਵਿਛੜਿਆ, ਦੁਨੀਆ ਨੂੰ ਮਿਲਣ ਲਈ ਯਤਨ ਅਸੀਂ ਕਰਦੇ ਹਾਂ, ਵੱਖ-ਵੱਖ ਤਰੀਕੇ ਜੁਗਤੀਆਂ ਬਣਾਉਂਦੇ, ਪਰ ਇਹ ਭੁੱਲ ਗਏ ਕਿ ਅਸੀਂ ਨਿਰੰਕਾਰ ਤੋਂ ਵੀ ਵਿਛੜੇ ਹਾਂ। ਨਿਰੰਕਾਰ ਤੋਂ ਵਿਛੜਨ ਦਾ ਅਹਿਸਾਸ ਜਦੋਂ ਸਾਨੂੰ ਹੋਏਗਾ ਫਿਰ ਅਸੀਂ ਉਹਨੂੰ ਮਿਲਣ ਦਾ ਯਤਨ ਕਰਾਂਗੇ। ਕਿਉਂਕਿ ਜਿੰਨਾ ਚਿਰ ਵਿਛੋੜੇ ਦਾ ਅਹਿਸਾਸ ਨਹੀਂ ਹੁੰਦਾ ਉਨਾ ਚਿਰ ਮਿਲਣ ਦੀ ਅੰਦਰ ਤਾਂਘ ਪੈਦਾ ਨਹੀਂ ਹੋਏਗੀ। ਇਸ ਲਈ ਕਹਿ ਰਹੇ ਨੇ ਕਿ ਤੂੰ ਕੀ ਸੁੱਤਾ ਪਿਆ? ਉੱਠ ਕੇ ਪਰਮੇਸ਼ਵਰ ਦਾ ਨਾਮ ਜਿਹੜਾ ਹੈ ਉਹ ਤੂੰ ਜਪ। ਜੇ ਬਹਿਰੂਨੀ ਗੱਲ ਕਰੀਏ ਤਾਂ ਇੱਕ ਦਿਨ ਮੌਤ ਦਾ ਕੀੜਾ ਆ ਕੇ ਸਰੀਰ ਨੂੰ ਲੜ ਜਾਂਦਾ ਹੈ। ਜੇ ਮਾਨਸਿਕ ਤਲ ਤੇ ਗੱਲ ਕਰੀਏ ਤਾਂ ਇੱਟ ਦਾ ਮਤਲਬ ਇੱਟ ਸਖਤ ਹੁੰਦੀ ਹੈ। ਕਹਿੰਦੇ ਤੇਰੇ ਅੰਦਰ ਜਿਹੜੀ ਕਠੋਰਤਾ ਆ ਗਈ ਹੈ ਨਾ, ਤੂੰ ਉਸ ਕਠੋਰਤਾ ਦੀ ਇੱਟ ਜਿਹੜੀ ਹੈ ਆਪਣੇ ਸਿਰਹਾਣੇ ਸਿਰ ਦੇ ਥੱਲੇ ਰੱਖ ਕੇ ਤੇ ਤੂੰ ਬਸ ਆਹ ਜਿਹੜਾ ਸਰੀਰ ਹੈ, ਭੋਏ ਦਾ ਅਰਥ ਕੀ ਹੈ? ਭੂਮੀ, ਜ਼ਮੀਨ, ਤੇ ਆਹ ਸਰੀਰ ਵੀ ਸਾਡੇ ਵਾਸਤੇ ਜ਼ਮੀਨ ਹੈ, ਇਹ ਵੀ ਤਾਂ ਭੂਮੀ ਹੈ। ਕਹਿਣ ਲੱਗੇ ਇਹਦੇ ਆਸਰੇ ਮਨ ਤੂੰ ਸੁੱਤਾ ਪਿਆ ਤੇ ਧਿਆਨ ਰੱਖ, ਕੀੜਾ ਬਣ ਕੇ ਤੂੰ ਸਰੀਰ ਨੂੰ ਲੜ ਰਿਹਾ, ਪਰ ਚੇਤੇ ਰੱਖੀ ਕਿ ਆਹ ਜਿਹੜਾ ਜੀਵਨ ਤੈਨੂੰ ਮਿਲਿਆ ਇਹ ਬੇਅਰਥ ਚਲਾ ਜਾਏਗਾ ਜੇ ਤੂੰ ਕਿਤੇ ਇਸ ਮੋਹ ਮਾਇਆ ਦੀ ਨੀਂਦ ਤੋਂ ਜਾਗਿਆ ਨਾ। ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਬੇਫਿਕਰ ਹੋ ਕੇ, ਕੋਈ ਫਿਕਰ ਹੀ ਨਹੀਂ, ਕੋਈ ਚਿੰਤਾ ਹੀ ਨਹੀਂ। ਤੇ ਆਪਾਂ ਬਹਿਰੂਨੀ ਤਲ ਤੇ ਵੇਖੀਏ, ਜਦੋਂ ਚਿੰਤਾ ਲੱਗਦੀ ਹੈ ਉਦੋਂ ਨੀਂਦ ਆਉਂਦੀ ਹੈ, ਜਦੋਂ ਫਿਕਰ ਲੱਗ ਜਾਏ ਉਦੋਂ ਕਿੱਥੇ ਨੀਂਦ ਆਉਂਦੀ ਹੈ। ਬੰਦਾ ਸੌਣਾ ਵੀ ਚਾਹਵੇ ਤਾਂ ਵੀ ਉਹਨੂੰ ਨੀਂਦ ਨਹੀਂ ਆਉਂਦੀ। ਕਿਉਂ? ਕਿਉਂਕਿ ਚਿੰਤਾ ਅੰਦਰ ਲੱਗ ਗਈ। ਜਦੋਂ ਅੰਦਰ ਦੀ ਚਿੰਤਾ ਲੱਗੇਗੀ ਕਿ ਮੇਰਾ ਅਗਲਾ ਸਮਾਂ ਜਿਹੜਾ ਨੇੜੇ ਆ ਗਿਆ, ਪਿਛਲਾ ਸਮਾਂ ਦੂਰ ਰਹਿ ਗਿਆ, ਫਿਰ ਸਾਨੂੰ ਅੰਦਰ ਦੀ ਚਿੰਤਾ, ਜਦੋਂ ਅੰਦਰ ਦੀ ਚਿੰਤਾ ਹੋਈ ਫਿਰ ਮਨ ਸੌਏਗਾ ਨਹੀਂ, ਫਿਰ ਮਨ ਨੂੰ ਨੀਂਦ ਨਹੀਂ ਆਏਗੀ। ਹਜੇ ਤਾਂ ਇਹ ਗਾਫਲ ਹੋ ਕੇ, ਬੇਫਿਕਰਾ ਹੋ ਕੇ ਸੁੱਤਾ ਪਿਆ, ਕਿਉਂਕਿ ਇਹਨੂੰ ਅੰਦਰ ਦੀ ਚਿੰਤਾ ਨਹੀਂ ਹੈ ਕਿ ਆਤਮਿਕ ਜੀਵ ਨੇ ਪਰਮੇਸ਼ਵਰ ਦੇ ਵਿੱਚ ਜਾ ਕੇ ਲੀਨ ਹੋਣਾ, ਸਮਾਉਣਾ। ਹਜੇ ਤਾਂ ਇਹਨੂੰ ਇਹ ਚਿੰਤਾ ਹੈ ਕਿ ਬਾਹਰ ਆ ਕੁਝ ਮੇਰੇ ਤੋਂ ਵਿਛੜ ਗਿਆ, ਇਹਨੂੰ ਕਿਸ ਤਰ੍ਹਾਂ ਪਾਉਣਾ ਹੈ, ਜਾਂ ਇਹਨੂੰ ਚਿੰਤਾ ਹੈ ਕਿ ਕਿਤੇ ਮੌਤ ਆ ਨਾ ਜਾਵੇ। ਤੇ ਬਾਣੀ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ, ਚਿੰਤਾ ਤਾਂ ਕੀ ਕੀਜੀਐ ਜੋ ਅੰਨ ਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਸ ਮਾਰਗ ਤੇ ਚਲਦਿਆਂ ਕੋਈ ਥਿਰ ਰਹਿਣ ਵਾਲਾ ਨਹੀਂ। ਜੇ ਤੂੰ ਚਿੰਤਾ ਕਰਨੀ ਆ ਤਾਂ ਬਾਹਰ ਦੀ ਨਹੀਂ, ਅੰਦਰ ਦੀ ਚਿੰਤਾ ਕਰ। ਬਾਬਾ ਫਰੀਦ ਸਾਹਿਬ ਜੀ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਦੇਖੋ ਫਰੀਦਾ, ਇੱਟ ਸਿਰਹਾਣੇ ਭੋਏ ਸਵਣ, ਕੀੜਾ ਲੜਿਓ ਮਾਸ। ਮਾਸ ਦੇ ਸੱਸੇ ਨੂੰ ਸਿਹਾਰੀ ਹੈ
ਇਹਦਾ ਮਤਲਬ ਮਾਸ ਦੇ ਵਿੱਚ। ਜੇ ਮਾਸ ਦੇ ਵਿੱਚ ਦੀ ਗੱਲ ਕਰਾਂਗੇ ਤੇ ਫਿਰ ਜੇ ਬਾਹਰੋਂ ਕੀੜਾ ਆਏਗਾ ਤੇ ਉਹ ਤੇ ਮਾਸ ਦੇ ਉੱਪਰ ਲੜੇਗਾ। ਜਦੋਂ ਤੁਸੀਂ ਇਸ ਸ਼ਲੋਕ ਨੂੰ ਪੜ੍ਹੋਗੇ, ਵਿਚਾਰੋਗੇ, ਤਾਂ ਧਿਆਨ ਰੱਖਣਾ ਮਾਸ ਦੇ ਸੱਸੇ ਨੂੰ ਸਿਹਾਰੀ ਹੈ। ਉਹਦਾ ਮਤਲਬ ਹੈ ਮਾਸ ਦੇ ਵਿੱਚ, ਤੇ ਮਾਸ ਦੇ ਵਿੱਚ ਦਾ ਮਤਲਬ ਹੋਏਗਾ ਸਰੀਰ ਦੇ ਵਿੱਚ। ਤੇ ਜੇ ਮਾਸ ਦੇ ਉੱਪਰ ਦੀ ਗੱਲ ਹੁੰਦੀ ਫਿਰ ਸੱਸੇ ਨੂੰ ਸਿਹਾਰੀ ਨਹੀਂ ਸੀ ਆਉਣੀ ਵੀ ਮਾਸ ਦੇ ਉੱਤੇ ਆ ਕੇ ਕੀੜਾ ਲੜ ਗਿਆ। ਇਹਦਾ ਮਤਲਬ ਸਾਡੇ ਮਾਨਸਿਕ ਮੰਡਲ ਦੀ ਗੱਲ ਬਾਬਾ ਫਰੀਦ ਸਾਹਿਬ ਜੀ ਕਰਕੇ ਸਾਨੂੰ ਤੁਹਾਨੂੰ ਸਮਝਾ ਰਹੇ ਨੇ ਕਿ ਦੇਖ ਤੂੰ ਹੰਕਾਰ ਦੀ ਕਠੋਰਤਾ ਦੀ ਇੱਟ ਜਿਹੜੀ ਹੈ ਉਹ ਰੱਖ ਕੇ ਸਿਰਹਾਣੇ, ਤੇ ਹੇ ਮਨ ਤੂੰ ਸੁੱਤਾ ਪਿਆ ਹੈ। ਔਰ ਜਿਹੜਾ ਇਹ ਕੀੜਾ ਹੈ ਵਿਕਾਰਾਂ ਦਾ ਵੀ ਕੀੜਾ ਆਪਾਂ ਕਹਿ ਸਕਦੇ ਹਾਂ ਕਿ ਵਿਕਾਰਾਂ ਦਾ ਕੀੜਾ ਆ ਕੇ ਮਾਸ ਦੇ ਵਿੱਚ ਜਿਹੜਾ ਉਹ ਲੜ ਰਿਹਾ ਹੈ। ਕੇਤੜਿਆਂ ਜੁਗ ਵਾਪਰੇ, ਕੇਤੜਿਆਂ ਦਾ ਅਰਥ ਹੈ ਕਿੰਨਾ ਸਾਰਾ, ਯੁਗ ਦਾ ਇੱਥੇ ਅਰਥ ਕਰਾਂਗੇ ਸਮਾਂ। ਕਿੰਨਾ ਸਮਾਂ ਤੇਰਾ ਬਸ ਇਸੇ ਤਰ੍ਹਾਂ ਹੀ ਲੰਘ ਗਿਆ। ਜਿਹੜਾ ਤੂੰ ਹੰਕਾਰ ਦਾ ਪਾਸਾ ਵੱਟੀ ਬੈਠਾ ਨਾ, ਬਸ ਉਹ ਇੱਕ ਪਾਸੇ ਪਿਆ, ਤੇਰੀ ਜ਼ਿੰਦਗੀ ਦਾ ਸਮਾਂ ਕਿੰਨਾ ਹੀ ਲੰਘ ਗਿਆ। ਤੂੰ ਪਾਸਾ ਦੂਜੇ ਪਾਸੇ ਵੱਟ ਹੀ ਨਹੀਂ ਰਿਹਾ। ਹੁਣ ਦੋ ਪਾਸੇ ਨੇ, ਜਾਂ ਆਪਾਂ ਜਦੋਂ ਸੌਂਦੇ ਆਂ, ਲੇਟਦੇ ਆਂ, ਜਾਂ ਤੇ ਖੱਬਾ ਪਾਸਾ ਹੁੰਦਾ ਹੈ ਤੇ ਜਾਂ ਸੱਜਾ ਪਾਸਾ। ਜਾਂ ਖੱਬੇ ਪਾਸੇ ਨੂੰ ਆਪਾਂ ਜਿਹੜਾ ਹੈ ਉਹ ਪਾਸਾ ਲੈ ਕੇ ਸੌਂਦੇ ਆਂ ਤੇ ਜਾਂ ਆਪਾਂ ਸੱਜੇ ਪਾਸੇ ਨੂੰ। ਇੱਕ ਪਾਸੇ ਨੂੰ ਆਮ ਤੌਰ ਤੇ ਦੁਨਿਆਵੀ ਤੌਰ ਤੇ ਸਰੀਰ ਇੱਕ ਪਾਸੇ ਕਿਤੇ ਜ਼ਿਆਦਾ ਸਮਾਂ ਸੁੱਤਾ ਰਵੇ ਤੇ ਉੱਠਣ ਲੱਗਿਆਂ ਫਿਰ ਕਈ ਵਾਰੀ ਬੰਦਾ ਕਹਿੰਦਾ ਮੇਰੀ ਬਾਂਹ ਸੌਂ ਗਈ, ਮੇਰਾ ਇੱਕ ਪਾਸਾ ਹੀ ਦੁਖਦਾ। ਕਿਉਂ? ਕਿਉਂਕਿ ਮੈਂ ਇੱਕ ਪਾਸੇ ਭਾਰ ਪਾ ਕੇ ਸੁੱਤਾ ਰਿਹਾ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਬਾਹਰ ਦੀ ਚਿੰਤਾ ਤੇ ਹੈ, ਪਰ ਇਹ ਨਹੀਂ ਪਤਾ ਮਨ ਹੰਕਾਰ ਦਾ ਪਾਸਾ ਇੱਕ ਪਾਸੇ ਸੰਸਾਰ ਵੱਲ ਲੈ ਕੇ ਸੁੱਤਾ ਪਿਆ, ਇਹਨੇ ਦੂਜਾ ਪਾਸਾ ਲਿਆ ਹੀ ਨਹੀਂ। ਕਿਉਂਕਿ ਮਨ ਸੰਸਾਰ ਤੋਂ, ਸੰਸਾਰ ਕੀ ਹੈ? ਸਰੀਰ। ਸੰਸਾਰ ਮਾਇਆ, ਇਹ ਸਰੀਰ ਮਾਇਆ। ਮਨ ਸਰੀਰ ਵਾਲੇ ਪਾਸੇ ਨੂੰ ਕਹਿੰਦੇ ਪਾਸਾ ਲੈ ਕੇ ਪਿਆ ਹੋਇਆ ਹੈ, ਇਹਨੇ ਕਦੀ ਪਾਸਾ ਦੂਜੇ ਪਾਸੇ ਲਿਆ ਹੀ ਨਹੀਂ। ਜੇ ਇਹ ਦੂਜੇ ਪਾਸੇ ਪਾਸਾ ਲੈਂਦਾ ਤੇ ਇਹਨੂੰ ਪਤਾ ਲੱਗਦਾ ਮਨ ਤੂੰ ਜੋਤ ਸਰੂਪ ਹੈ। ਉਹ ਜਿਹੜਾ ਅੰਦਰ ਦਾ ਸਰੂਪ ਸੀ ਨਾ, ਨਿਜ ਸਰੂਪ, ਜਿਹਨੂੰ ਅੰਦਰ ਨਿਜ ਸਰੂਪ ਕਹਿ ਲਓ, ਜੀਵ ਆਤਮਾ ਕਹਿ ਲਓ, ਉਸ ਪਾਸੇ ਇਹਨੇ ਪਾਸਾ ਲਿਆ ਹੀ ਨਹੀਂ ਤੇ ਉਹਦਾ ਧਿਆਨ ਆਇਆ ਹੀ ਕੋਈ ਨਹੀਂ। ਸਾਰੀ ਉਮਰ ਐਵੇਂ ਲੰਘ ਗਈ, ਜਾਂ ਕਿੰਨਾ ਜ਼ਿੰਦਗੀ ਦਾ ਸਮਾਂ ਜਿਹੜਾ ਸੀ ਇਸੇ ਤਰ੍ਹਾਂ ਹੀ ਗੁਜ਼ਰ ਗਿਆ। ਇੱਥੇ ਆਪਣੇ ਆਪਣੇ ਜੀਵਨ ਅੰਦਰ ਆਪਾਂ ਝਾਤ ਮਾਰਾਂਗੇ ਕਿ ਜ਼ਿੰਦਗੀ ਦਾ ਕਿੰਨਾ ਸਮਾਂ ਲੰਘ ਗਿਆ। ਕਿਸੇ ਦਾ 10, ਕਿਸੇ ਦਾ 20, ਕਿਸੇ ਦਾ 30, ਕਿਸੇ ਦਾ 40, ਕਿਸੇ ਦਾ 50, 60, 70, ਜਿੰਨੀ ਜਿੰਨੀ ਸਾਡੀ ਆਰਜ਼ੂ ਹੈ। ਕਹਿੰਦੇ ਇੰਨਾ ਸਮਾਂ ਤੇਰਾ ਸਰੀਰ ਵਾਲੇ ਪਾਸੇ ਨੂੰ ਹੀ, ਸੰਸਾਰ ਵਾਲੇ ਪਾਸੇ ਨੂੰ ਹੀ ਪਾਸਾ ਲੈ ਕੇ ਸੁੱਤਿਆਂ ਲੰਘ ਗਿਆ। ਤੂੰ ਕਦੇ ਪਾਸਾ ਵੱਟ ਕੇ ਅੰਦਰ ਨਿਰੰਕਾਰ ਵੱਲ ਜਾਂ ਅੰਦਰ ਜਿਹੜਾ ਹੈ ਆਪਣੇ ਜੀਵ ਆਤਮਾ ਵੱਲ ਕਦੀ ਤੱਕਿਆ ਹੀ ਨਹੀਂ। ਕਿੰਨਾ ਸਮਾਂ ਲੰਘ ਗਿਆ ਤੇ ਵਿਕਾਰਾਂ ਦਾ ਕੀੜਾ ਤੈਨੂੰ ਲੜਦਾ ਰਿਹਾ, ਪਰ ਤੈਨੂੰ ਕੋਈ ਚਿੰਤਾ ਹੀ ਨਹੀਂ, ਤੈਨੂੰ ਕੋਈ ਫਿਕਰ ਨਹੀਂ, ਕਿਉਂਕਿ ਤੂੰ ਸੁੱਤਾ ਪਿਆ। ਹੁਣ ਜੰਮ ਦੇ ਡੰਡੇ ਦੀ ਗੱਲ ਕੀਤੀ ਗਈ। ਕਿਉਂ? ਜੰਮ ਦਾ ਡੰਡਾ ਕਾਹਦੇ ਲਈ ਵੱਜਦਾ ਹੈ? ਇਹ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ, ਕਿ ਇਹ ਸੁੱਤਾ ਹੋਇਆ ਮਨ ਜਾਗ ਜਾਏ। ਕਬੀਰ ਸਾਹਿਬ ਜੀ ਨੇ ਹੀ ਜ਼ਿਕਰ ਕੀਤਾ, ਕਹਿਣ ਲੱਗੇ ਇਹ ਨਰ ਸੁੱਤਾ ਉਦੋਂ ਜਾਗਦਾ ਹੈ ਜਦੋਂ ਇਹਦੇ ਜੰਮ ਦਾ ਆ ਕੇ ਡੰਡਾ ਵੱਜਦਾ ਹੈ। ਹੁਣ ਜੇ ਜੰਮ ਦੇ ਡੰਡੇ ਨੂੰ ਆਪਾਂ ਮੌਤ ਵੱਲ ਲਵਾਂਗੇ ਤੇ ਫਿਰ ਇਹਦਾ ਜਾਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਜੰਮ ਦਾ ਡੰਡਾ ਵੱਜਾ ਤੇ ਮੌਤ ਹੋ ਗਈ। ਪਰ ਉੱਥੇ ਤਾਂ ਗੱਲ ਕੀਤੀ ਹੈ ਨਰ ਦੇ ਜਾਗਣ ਦੀ। ਜਿਹੜਾ ਸ਼ਬਦ ਆਪਾਂ ਪੜ੍ਹਦੇ ਹਾਂ ਗੌਂਡ ਰਾਗ ਦੇ ਵਿੱਚ, ਕਬੀਰ ਜੀ ਕਹਿੰਦੇ ਨੇ ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ 10 ਕਾਜ ਸਵਾਰੈ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੋ, ਮੈਂ ਕਿਆ ਜਾਣੋ ਬਾਬਾ ਰੇ। ਕਹਿਣ ਲੱਗੇ ਮੈਂ ਆਪਣੇ ਕਰਮ ਦੀ ਗਤ ਨੂੰ ਕੀ ਜਾਣਾ, ਕਿਉਂਕਿ ਮੈਂ ਮਨ ਕਰਕੇ ਤਾਂ ਅੰਦਰੋਂ ਸੁੱਤਾ ਰਿਹਾ ਤੇ ਸੁੱਤੇ ਪਏ ਨੇ ਪਤਾ ਨਹੀਂ ਕਿਹੜੇ ਕਰਮ ਜਿਹੜੇ ਸੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਸ ਹੋ ਕੇ ਕੀਤੇ। ਆਪਣੇ ਕਰਮ ਦੀ ਗਤ ਅਵਸਥਾ ਨੂੰ ਮੈਂ ਕੀ ਜਾਣਾ। ਇਸ ਲਈ ਕਹਿੰਦੇ ਆ ਇੱਕ ਦਿਨ ਫਿਰ ਧਿਆਨ ਰੱਖੀ, ਹਾੜ ਜਲੇ
जैसे लकड़ी का तूला। ਕਹਿੰਦੇ ਕੇਸ ਜਲੇ ਜੈਸੇ ਘਾਸ ਕਾ ਫੂਲਾ। ਫਿਰ ਤੇਰੇ ਹੱਡ ਇਸ ਤਰ੍ਹਾਂ ਜਲ ਜਾਣੇ ਜਿਵੇਂ ਲੱਕੜਾਂ ਜਲਦੀਆਂ ਨੇ, ਤੇਰੇ ਕੇਸ ਇਸ ਤਰ੍ਹਾਂ ਜਲ ਜਾਣੇ ਨੇ ਜਿਵੇਂ ਘਾਹ ਦਾ ਫੂਲਾ ਹੁੰਦਾ ਹੈ। ਕਹੋ ਕਬੀਰ ਤਬ ਹੀ ਨਰ ਜਾਗੈ। ਹੁਣ ਇੱਥੇ ਨਰ ਮਨ ਹੈ। ਕਹਿੰਦੇ ਇਹ ਨਰ ਉਦੋਂ ਜਾਗੇਗਾ ਜੰਮ ਕਾ ਡੰਡ ਮੂੰਡ ਮਹਿ ਲਾਗੈ। ਜਦੋਂ ਜੰਮ ਦਾ ਡੰਡਾ ਇਹਦੇ ਮੂੰਹ ਤੇ ਆ ਕੇ ਵੱਜੇਗਾ। ਹੁਣ ਇਹ ਬਾਹਰ ਦਾ ਮੂੰਹ ਨਹੀਂ ਜਿੱਥੇ ਜੰਮ ਦਾ ਡੰਡਾ ਵੱਜਣਾ। ਕਹਿੰਦੇ ਮਨ, ਨਰ ਰੂਪੀ ਮਨ ਜਿਹੜਾ ਇਹਦੇ ਅੰਦਰ ਹੈ, ਜਦੋਂ ਜੰਮ ਦਾ ਡੰਡਾ ਇਹਦੇ ਮੂੰਹ ਤੇ ਆ ਕੇ ਵੱਜਣਾ, ਕਹੋ ਕਬੀਰ ਤਬ ਹੀ ਨਰ ਜਾਗੈ। ਉਦੋਂ ਇਸ ਨਰ ਨੇ ਜਾਗਣਾ ਹੈ। ਉਹਨੂੰ ਬਾਬਾ ਫਰੀਦ ਸਾਹਿਬ ਜੀ ਬਿਆਨ ਕਰ ਰਹੇ ਨੇ। ਕਹਿੰਦੇ ਦੇਖੋ ਇਹਦੀ ਹਾਲਤ ਬੰਦੇ ਦੀ ਕੀ ਹੋਈ ਪਈ ਹੈ। ਜੇ ਕਿਤੇ ਜਾਗਦਿਆਂ ਕੀੜਾ ਲੜ ਜਾਏ ਤੇ ਉਸ ਕੀੜੇ ਨੂੰ ਮਸਲ ਕੇ ਰੱਖ ਦਿੰਦਾ ਹੈ, ਪਰ ਸੁੱਤੇ ਪਏ ਇਹਨੂੰ ਕੀੜਾ ਲੜ ਰਿਹਾ, ਪਰ ਇਹਨੂੰ ਹੋਸ਼ ਹੀ ਕੋਈ ਨਹੀਂ, ਇਹਨੂੰ ਪਤਾ ਹੀ ਕੋਈ ਨਹੀਂ ਲੱਗ ਰਿਹਾ ਕਿੰਨੀ ਗੂੜੀ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ, ਕਿ ਵਿਕਾਰਾਂ ਦਾ ਕੀੜਾ ਇਹਨੂੰ ਲੜ ਰਿਹਾ ਹੈ, ਪਰ ਇਹਨੂੰ ਕੋਈ ਚਿੰਤਾ ਕੋਈ ਫਿਕਰ ਨਹੀਂ। ਇਸ ਲਈ ਬਾਬਾ ਫਰੀਦ ਸਾਹਿਬ ਜੀ ਸਮਝਾ ਰਹੇ ਨੇ। ਕਹਿਣ ਲੱਗੇ ਫਰੀਦਾ ਇੱਟ ਸਿਰਾਣੇ ਭੋਏ ਸਵਣਾ। ਇੱਟ ਦਾ ਅਰਥ ਕਠੋਰਤਾ, ਹੰਕਾਰ, ਤੇ ਭੋਏ ਦਾ ਅਰਥ ਸਰੀਰ, ਸਰੀਰ ਵਾਲੇ ਪਾਸੇ ਨੂੰ। ਇਹ ਮਨ ਜਿਹੜਾ ਹੈ ਸੁੱਤਾ ਪਿਆ। ਕੀੜਾ ਲੜਿਓ ਮਾਸ। ਵਿਕਾਰਾਂ ਦਾ ਕੀੜਾ ਜਿਹੜਾ ਸੀ ਇਹਦੇ ਮਾਸ ਵਿੱਚ ਲੜ ਰਿਹਾ। ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਰੀਰ ਦੇ ਬਾਹਰ ਥੋੜੀ ਪਏ ਨੇ। ਜੇ ਇਹ ਸਰੀਰ ਦੇ ਬਾਹਰ ਹੁੰਦੇ ਫਿਰ ਵੀ ਕੰਮ ਸੌਖਾ ਹੋ ਜਾਣਾ ਸੀ, ਪਰ ਇਹ ਸਰੀਰ ਇਸ ਮਾਸ ਦੇ ਅੰਦਰ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ। ਹੁਣ ਇਹ ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਕੀੜਾ ਅੰਦਰ ਲੜ ਰਿਹਾ, ਉਹਦਾ ਅਸਰ ਤੇ ਸਰੀਰ ਨੂੰ ਹੀ ਹੋਣਾ ਨਾ। ਜੇ ਕਾਮ ਦਾ ਕ੍ਰੋਧ ਦਾ ਜੇ ਕਿਤੇ ਕੀੜਾ ਲੜਦਾ ਹੈ ਤੇ ਅੱਖਾਂ ਤੋਂ ਨਜ਼ਰ ਆਉਂਦਾ ਵੀ ਇਹਨੂੰ ਅੰਦਰ ਜਿਹੜਾ ਹੰਕਾਰ ਦਾ, ਕ੍ਰੋਧ ਦਾ, ਵਿਕਾਰ ਦਾ ਕੀੜਾ ਲੜਿਆ। ਇਹ ਜਿਹੜੇ ਸਾਡੇ ਕੰਨ ਨੇ, ਜ਼ੁਬਾਨ ਹੈ, ਸਾਡੀਆਂ ਅੱਖਾਂ ਨੇ, ਇਹਨਾਂ ਤੋਂ ਪਤਾ ਲੱਗ ਜਾਂਦਾ ਵੀ ਇਹਨੂੰ ਅੰਦਰ ਕੀੜਾ ਕਿੰਨਾ ਕੁ ਲੜਿਆ ਹੋਇਆ। ਜਿਹੜੇ ਅਸੀਂ ਕਰਤੂਤ ਜਾਂ ਅਸੀਂ ਕੰਮ ਸੰਸਾਰ ਵਿੱਚ ਕਰਦੇ ਹਾਂ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦੇਖੋ ਕੀੜਾ ਲੜਿਓ ਮਾਸ ਕਿਤੜੀਆਂ ਯੁੱਗ ਵਾਪਰੇ। ਕਿੰਨਾ ਸਮਾਂ ਇਹਦੀ ਜ਼ਿੰਦਗੀ ਦਾ ਵਾਪਰ ਗਿਆ, ਗੁਜ਼ਰ ਗਿਆ, ਲੰਘ ਗਿਆ। ਇਕਤ ਪਿਆ ਪਾਸ, ਇੱਕ ਪਾਸੇ ਹੀ ਪਿਆ ਹੋਇਆ। ਕਿਹੜੇ ਪਾਸੇ? ਸਰੀਰ ਵਾਲੇ ਪਾਸੇ, ਸੰਸਾਰ ਵਾਲੇ ਪਾਸੇ, ਲੋਕ ਵਾਲੇ ਪਾਸੇ। ਪਰਲੋਕ ਵੱਲ ਤਾਂ ਧਿਆਨ ਹੀ ਨਹੀਂ ਗਿਆ, ਅੰਦਰ ਨਿਰੰਕਾਰ ਵੱਲ ਤਾਂ ਧਿਆਨ ਗਿਆ ਹੀ ਨਹੀਂ, ਅੰਦਰ ਦੇ ਜੀਵ ਆਤਮਾ ਵੱਲ ਤਾਂ ਧਿਆਨ ਗਿਆ ਹੀ ਨਹੀਂ, ਕਿ ਉਹਨੇ ਇੱਕ ਦਿਨ ਉਡਾਰੀ ਮਾਰ ਜਾਣੀ ਹੈ ਤੇ ਮੇਰੀ ਹੋਂਦ ਖਤਮ ਹੋ ਜਾਣੀ ਹੈ, ਮੇਰਾ ਵਜੂਦ ਖਤਮ ਹੋ ਜਾਏਗਾ। ਉਹ ਜਿੰਨਾ ਚਿਰ ਅੰਦਰ ਜੀਵ ਪਰੂਪੀ ਪੰਛੀ ਬੈਠਾ ਹੈ ਨਾ, ਉਨਾ ਚਿਰ ਇਸ ਮਨ ਦਾ ਵਜੂਦ ਹੈ। ਤੇ ਜਦੋਂ ਅੰਦਰ ਦਾ ਜੀਵ ਉਡਾਰੀ ਮਾਰ ਗਿਆ, ਮਨ ਦਾ ਕੀ ਵਜੂਦ ਹੈ? ਮਨ ਦਾ ਕੋਈ ਵਜੂਦ ਨਹੀਂ। ਇਹ ਸਰੀਰ ਵੀ ਉਨਾ ਚਿਰ ਹੀ ਤੁਰਿਆ ਫਿਰਦਾ ਹੈ ਜਿੰਨਾ ਚਿਰ ਅੰਦਰ ਜੀਵ ਆਤਮਾ ਰੂਪੀ ਪੰਛੀ ਬੈਠਾ ਹੈ। ਜਦੋਂ ਉਹ ਉਡਾਰੀ ਮਾਰ ਗਿਆ ਤੇ ਇਸ ਸਰੀਰ ਦਾ ਕੀ ਵਜੂਦ ਹੈ? ਇਹ ਸਰੀਰ ਵੀ ਮਿੱਟੀ ਹੋ ਜਾਏਗਾ, ਮਨ ਦਾ ਵਜੂਦ ਵੀ ਖਤਮ ਹੋ ਜਾਏਗਾ। ਕਹਿੰਦੇ ਦੇਖ ਕਿੰਨਾ ਸਮਾਂ ਤੇਰੀ ਜ਼ਿੰਦਗੀ ਦਾ ਐਵੇਂ ਹੀ ਬਤੀਤ ਹੋ ਗਿਆ, ਤੂੰ ਕਦੇ ਜਾਗਿਆ ਹੀ ਨਹੀਂ, ਕਦੇ ਇਸ ਵਿਕਾਰਾਂ ਦੇ ਕੀੜੇ ਨੂੰ ਆਪਣੇ ਲੜਨ ਤੋਂ ਕੱਟਣ ਤੋਂ ਹਟਾਇਆ ਹੀ ਨਹੀਂ। ਕਿੰਨਾ ਸਮਾਂ ਤੇਰਾ ਇੱਕ ਪਾਸੇ ਨੂੰ ਪਾਸਾ ਲਿਆ ਹੋਇਆ, ਸੰਸਾਰ ਵਾਲੇ ਪਾਸੇ, ਸਰੀਰ ਵਾਲੇ ਪਾਸੇ ਨੂੰ, ਵਿਕਾਰਾਂ ਵਾਲੇ ਪਾਸੇ ਨੂੰ ਤੂੰ ਪਾਸਾ ਵੱਟ ਕੇ ਪਿਆ ਹੋਇਆ। ਤੇਰੀ ਜ਼ਿੰਦਗੀ ਦਾ ਕਿੰਨਾ ਸਮਾਂ ਲੰਘ ਗਿਆ, ਪਰ ਤੈਨੂੰ ਹਜੇ ਤੱਕ ਹੋਸ਼ ਨਹੀਂ ਆਈ, ਤੈਨੂੰ ਹਜੇ ਤੱਕ ਤੂੰ ਸੁਚੇਤ ਨਹੀਂ ਹੋਇਆ। ਤੈਨੂੰ ਬਾਰ-ਬਾਰ ਤੇਰੇ ਕੋਲ ਆ ਕੇ ਤੈਨੂੰ ਹਲੂਣਾ ਦਿੱਤਾ ਗਿਆ, ਤੂੰ ਕੁੰਭ ਕਰਨ ਦੀ ਨੀਂਦ ਸੁੱਤਾ, ਤੈਨੂੰ ਜਾਗ ਹੀ ਕੋਈ ਨਹੀਂ ਆ ਰਹੀ। ਤੈਨੂੰ ਢੰਡੋਰਾ ਪਿੱਟ-ਪਿੱਟ ਕੇ ਕਿਹਾ ਜਾ ਰਿਹਾ ਬੀਤ ਜਹੈ ਜਨਮ ਆਕਾਜ ਰੇ। ਕਹਿਣ ਲੱਗੇ ਤੇਰਾ ਜਨਮ ਆਕਾਜ ਬਿਨਾਂ ਕਿਸੇ ਕੰਮ ਤੋਂ ਗੁਜ਼ਰ ਰਿਹਾ ਹੈ। ਜਿਹੜਾ ਕੰਮ ਤੂੰ ਦੁਨੀਆ ਵਿੱਚ ਸਰੀਰ ਕਰਕੇ ਕਰਦਾ ਹੈ, ਇਹ ਅਸਲ ਕਾਰਜ ਨਹੀਂ। ਕਾਰਜ ਤਾਂ ਹੈ ਭਈ ਪ੍ਰਾਪਤ ਮਨੁੱਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਆਹ ਕੰਮ ਸੀ ਜਿਹੜਾ ਤੂੰ ਕਰਨਾ, ਪਰ ਉਹ ਤੇਰਾ ਆਕਾਜ ਹੋ ਗਿਆ।
ਉਹ ਕੰਮ ਤੂੰ ਕਰ ਨਹੀਂ ਰਿਹਾ, ਸਮਾਂ ਤੇਰਾ ਬਿਰਥਾ ਜਾ ਰਿਹਾ। ਤੈਨੂੰ ਬਾਰ-ਬਾਰ ਹਲੂਣਾ ਦੇ ਕੇ ਸਮਝਾਇਆ ਕਿ ਮਨ ਰਾਮ ਸਿਮਰ ਪਛਤਾਹੇਗਾ ਮਨ। ਇਹ ਮਨ ਤੂੰ ਬਾਅਦ ਚ ਬੜਾ ਪਛਤਾਏਗਾ, ਕਿਉਂਕਿ ਜਦੋਂ ਸਮਾਂ ਤੇਰੇ ਹੱਥੋਂ ਦੀ ਗੁਜ਼ਰ ਗਿਆ, ਸਮਾਂ ਤੇਰੇ ਹੱਥੋਂ ਦੀ ਲੰਘ ਗਿਆ। ਬਾਰ-ਬਾਰ ਸਮਝਾਉਂਦੇ ਨੇ। ਬਾਬਾ ਫਰੀਦ ਸਾਹਿਬ ਜੀ ਨੇ ਵੀ ਸਮਝਾਇਆ ਕਿ ਮੈਂ ਇੱਕ ਸਰੀਰ ਕਬਰ ਵਿੱਚ ਪਿਆ ਵੇਖਿਆ, ਉਹਨੂੰ ਕੀੜਾ ਵੀ ਲੜ ਰਿਹਾ ਸੀ, ਉਹਦੇ ਸਿਰ ਹੇਠਾਂ ਇੱਕ ਇੱਟ ਵੀ ਪਈ ਸੀ, ਪਰ ਇੱਕ ਪਾਸਾ ਜਿਵੇਂ ਪਿਆ ਉਵੇਂ ਦਾ ਉਵੇਂ ਹੀ ਪਿਆ, ਹਰਕਤ ਕੋਈ ਨਹੀਂ ਕਰਦਾ। ਬੰਦਿਆ, ਤੇਰੀ ਮਾਨਸਿਕ ਅਵਸਥਾ ਵੀ ਇਦਾਂ ਦੀ ਹੈ ਕਿ ਤੂੰ ਹੰਕਾਰ ਦੀ ਇੱਟ ਤੇ ਲੈ ਕੇ ਰੱਖ ਕੇ ਸਿਰ ਤੇ ਮੋਹ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ। ਤੇਰੇ ਅੰਦਰ ਵਿਕਾਰਾਂ ਦਾ ਕੀੜਾ ਤੈਨੂੰ ਲੜ ਰਿਹਾ, ਪਰ ਤੈਨੂੰ ਹੋਸ਼ ਨਹੀਂ ਆ ਰਹੀ। ਤੇਰੀ ਜ਼ਿੰਦਗੀ ਦਾ ਸਮਾਂ ਇਸੇ ਤਰ੍ਹਾਂ ਹੀ ਬੇਅਰਥ ਗੁਜ਼ਰ ਰਿਹਾ ਹੈ। ਫਰੀਦਾ ਪੰਨੀ ਘੜੀ ਸਵਨਵੀ, ਟੁੱਟੀ ਨਾਗਰ ਲੱਜ। ਹੁਣ ਇਸ ਸ਼ਲੋਕ ਨੂੰ ਵੀ ਦੋ ਵਿਚਾਰਾਂ ਦੇ ਰਾਹੀਂ ਸਮਝਣ ਦਾ ਯਤਨ ਕਰਨਾ। ਇੱਕ ਤਾਂ ਸਧਾਰਨ ਤੌਰ ਤੇ ਆਪਾਂ ਸਮਝ ਲਈਏ ਕਿ ਜਿੱਦਣ ਆ ਮਟਕੀ ਘੜੀ ਸਰੀਰ ਦੀ ਫੁੱਟ ਜਾਣੀ ਹੈ, ਉਸ ਦਿਨ ਮੌਤ ਦਾ ਫਰਿਸ਼ਤਾ ਜਿਹੜਾ ਉਹ ਆਉਣਾ, ਤੇ ਆ ਜਿਹੜੀ ਅੰਦਰ ਸਵਾਸਾਂ ਰੂਪੀ ਜਿਹੜੀ ਲੱਜ ਰੱਸੀ ਨੂੰ ਕਹਿੰਦੇ ਆ, ਕਿ ਜਿਸ ਰੱਸੀ ਨੇ, ਇਸ ਲੱਜ ਨੇ ਸਰੀਰ ਨੂੰ ਤੇ ਅੰਦਰ ਦੇ ਜੀਵ ਨੂੰ ਜੋੜ ਕੇ ਰੱਖਿਆ ਹੋਇਆ, ਉਹ ਇੱਕ ਦਿਨ ਲੱਜ ਵੀ ਟੁੱਟ ਜਾਣੀ। ਮੌਤ ਦਾ ਫਰਿਸ਼ਤਾ ਜਿਸ ਦਿਨ ਆਏਗਾ ਉਸ ਦਿਨ ਕਹਾਣੀ ਜ਼ਿੰਦਗੀ ਦੀ ਮੁੱਕ ਜਾਣੀ। ਪਰ ਥੋੜਾ ਜਿਹਾ ਇਹਨੂੰ ਮਾਨਸਿਕ ਤਲ ਤੇ ਸਮਝਿਓ, ਕਿਉਂਕਿ ਸਾਰੀ ਗੁਰਬਾਣੀ ਹੈ ਹੀ ਮਨ ਦੇ ਤਲ ਤੇ। ਹੁਣ ਇੱਥੇ ਕੀ ਹੈ, ਧਿਆਨ ਲਾ ਕੇ ਸਮਝਿਓ। ਆਮ ਆਪਾਂ ਅਰਥ ਜਿਹੜੇ ਨੇ ਇਹੀ ਸਮਝਾਂਗੇ ਕਿ ਭੰਨੀ ਦਾ ਅਰਥ ਹੁੰਦਾ ਭੱਜ ਜਾਣਾ, ਟੁੱਟ ਜਾਣਾ। ਘੜੀ ਦਾ ਅਰਥ ਹੁੰਦਾ ਮਟਕੀ, ਜਿਹੜੀ ਸਵੰਨਵੀਂ, ਜਿਹੜੀ ਸੋਹਣੀ ਮਟਕੀ ਸੀ। ਆ ਸਰੀਰ ਰੂਪੀ ਜਿਹੜਾ ਸੋਹਣਾ ਮਟਕਾ ਸੀ, ਇਹ ਭੰਨਿਆ ਗਿਆ, ਭੱਜ ਗਿਆ। ਅੰਦਰ ਜਿਹੜੀ ਸਵਾਸਾਂ ਰੂਪੀ ਲੱਜ ਰੱਸੀ ਸੀ ਉਹ ਵੀ ਅੰਦਰੋਂ ਟੁੱਟ ਗਈ। ਤੇ ਜਿਹੜਾ ਮੌਤ ਦਾ ਫਰਿਸ਼ਤਾ ਸੀ, ਕਹਿੰਦੇ ਉਹਨੇ ਆ ਕੇ ਆਪਣਾ ਡੰਕਾ ਵਜਾ ਦਿੱਤਾ। ਇਹ ਪਤਾ ਨਹੀਂ ਹੁਣ ਅੱਗੋਂ ਕਿਹਦੇ ਘਰ ਜਾ ਕੇ ਡੰਕਾ ਵਜਾਏਗਾ। ਹੁਣ ਦੂਜੇ ਅਰਥ ਇਹ ਸਮਝਿਓ। ਬਾਬਾ ਫਰੀਦ ਸਾਹਿਬ ਕਹਿੰਦੇ, ਫਰੀਦਾ ਭੰਨੀ ਜਿਹੜੀ ਮੇਰੀ ਪਹਿਲੀ ਮੱਤ ਸੀ ਉਹ ਅੰਦਰੋਂ ਭੱਜ ਗਈ। ਜਿਹੜੀ ਮੇਰੀ ਪਹਿਲੀ ਅੰਦਰੋਂ ਮੱਤ ਸੀ ਉਹ ਖਤਮ ਹੋ ਗਈ। ਜਦੋਂ ਪਹਿਲੀ ਮੱਤ ਦੀ ਮਟਕੀ ਅੰਦਰੋਂ ਟੁੱਟ ਗਈ ਨਾ, ਫਿਰ ਘੜੀ, ਫਿਰ ਦੁਬਾਰਾ ਆਪਣੀ ਮੱਤ ਨੂੰ ਮੈਂ ਘੜਿਆ। ਜਪਜੀ ਸਾਹਿਬ ਦਾ ਪਾਠ ਕਰਦੇ ਆ ਤੇ ਜੇ ਪਿਆਰ ਨਾਲ ਭਿੱਜ ਕੇ ਕਰਦੇ ਆ ਫਿਰ ਤਾਂ ਸਵਾਲ ਪੈਦਾ ਹੀ ਨਹੀਂ ਹੋਏਗਾ, ਕਿਉਂਕਿ ਜਵਾਬ ਤੁਹਾਡੇ ਦਿਮਾਗ ਵਿੱਚ ਉਸੇ ਵੇਲੇ ਆ ਗਿਆ ਕਿ ਘੜਨ ਦੀ ਗੱਲ ਤਾਂ ਗੁਰੂ ਨਾਨਕ ਸਾਹਿਬ ਨੇ ਵੀ ਕੀਤੀ ਹੈ। ਘੜਨਾ ਕੀ ਸੀ ਉੱਥੇ? ਘੜਨਾ ਸੀ ਸੁਰਤ, ਮਤ, ਮਨ, ਬੁੱਧ। ਤੇ ਇੱਥੇ ਜਿਹੜੀ ਘੜੀ ਦੀ ਗੱਲ ਕੀਤੀ ਹੈ ਉਹ ਘੜਨਾ ਕਿਹਨੂੰ ਘੜਿਆ? ਮਤ ਨੂੰ ਘੜਿਆ। ਤਿੱਥੈ ਘੜੀਐ ਸੁਰਤ, ਮਤ, ਮਨ, ਬੁੱਧ। ਤੇ ਘੜਨਾ ਕਿੱਥੇ ਸੀ? ਘੜੀਐ ਸ਼ਬਦ ਸੱਚੀ ਟਕਸਾਲ। ਕਹਿੰਦੇ ਸੱਚੀ ਜਿਹੜੀ ਟਕਸਾਲ, ਸੱਚ ਦੀ ਟਕਸਾਲ ਸੀ, ਉਹ ਸ਼ਬਦ ਦੀ, ਉੱਥੇ ਆਪਣੀ ਮਤ ਨੂੰ, ਸੁਰਤ ਨੂੰ, ਬੁੱਧ ਨੂੰ ਘੜਨਾ ਸੀ। ਤੇ ਜਿਹਨੇ ਘੜ ਲਿਆ ਕਹਿਣ ਲੱਗੇ ਉਹ ਸੋਹਣਾ ਹੋ ਗਿਆ। ਆਪਾਂ ਪਿੱਛੇ ਵਿਚਾਰਿਆ ਸੀ ਨਾ ਕਿ ਸਰੀਰ ਦਾ ਸੁਹਾਪਣ ਜ਼ਰੂਰੀ ਨਹੀਂ ਕਿ ਅੰਦਰੋਂ ਵੀ ਹੋਵੇ। ਸਰੀਰ ਸੁੰਦਰ ਹੈ, ਚਿਹਰਾ ਸੁੰਦਰ ਹੈ, ਪਰ ਜ਼ਰੂਰੀ ਨਹੀਂ ਕਿ ਅੰਦਰ ਵੀ ਸੁੰਦਰਤਾ। ਕਈ ਵਾਰੀ ਬੰਦਾ ਬਾਹਰੋਂ ਬਹੁਤ ਸੋਹਣਾ ਹੁੰਦਾ ਹੈ ਪਰ ਅੰਦਰੋਂ ਉਹਦੇ ਨਾਲੋਂ ਵੱਧ ਕੇ ਕਰੂਪ ਵੀ ਹੁੰਦਾ ਹੈ। ਕਈ ਵਾਰ ਬਾਹਰੋਂ ਸੁਹਾਪਣ ਨਹੀਂ ਹੁੰਦਾ, ਸੋਹਣਾਪਨ ਨਹੀਂ ਹੁੰਦਾ, ਪਰ ਅੰਦਰ ਉਹਦੀ ਵਿਚਾਰ ਬੜੀ ਸੋਹਣੀ ਹੁੰਦੀ ਹੈ। ਅੰਦਰ ਉਹਦੇ ਖਿਆਲ, ਉਹਦਾ ਆਚਰਣ ਬੜਾ ਸੋਹਣਾ ਹੁੰਦਾ ਹੈ। ਇਸ ਲਈ ਬਾਬਾ ਫਰੀਦ ਸਾਹਿਬ ਕਹਿੰਦੇ ਜਿਹੜੀ ਮੇਰੀ ਪਹਿਲੀ ਮੱਤ ਸੀ ਨਾ, ਦੁਨਿਆਵੀ ਤਲ ਤੇ ਜਿਹੜੀ ਬਣੀ, ਉਹ ਮੈਂ ਆਪਣੇ ਅੰਦਰ ਦੀ ਮੱਤ ਨੂੰ ਭੰਨ ਦਿੱਤਾ। ਮੇਰੇ ਅੰਦਰ ਦੀ ਮੱਤ ਜਦੋਂ ਭੰਨੀ ਗਈ, ਫਿਰ ਮੈਂ ਆਪਣੀ ਮੱਤ ਨੂੰ ਪਰਮੇਸ਼ਵਰ ਦੇ ਨਾਮ ਦੇ ਨਾਲ ਦੁਬਾਰਾ ਘੜਿਆ। ਤੇ ਜਦੋਂ ਮੈਂ ਦੁਬਾਰਾ ਘੜਿਆ, ਫਿਰ ਘੜੀ ਸੁਵੰਨਵੀਂ, ਕਹਿੰਦੇ ਸੋਹਣੀ ਘੜੀ ਗਈ ਮੇਰੀ ਅੰਦਰੋਂ ਮੱਤ। ਤੇ ਜਦੋਂ ਸੋਹਣੀ ਮੱਤ ਅੰਦਰੋਂ ਘੜੀ ਗਈ, ਟੁੱਟੀ ਨਾਗਰ ਲੱਜ। ਕਹਿੰਦੇ ਨਾਗਰ ਦਾ ਧਿਆਨ ਦਿਓ ਥੋੜਾ ਜਿਹਾ ਇੱਥੇ। ਇੱਕ ਹੁੰਦਾ ਨਗਰ,
ਇੱਕ ਹੁੰਦਾ ਨਾਗਰ। ਨਗਰ ਤੇ ਨਾਗਰ ਦੇ ਵਿੱਚ ਬੜਾ ਫਰਕ ਹੁੰਦਾ ਜੀ। ਨਗਰ ਆਪਾਂ ਕਹਿੰਦੇ ਆ ਨਾ, ਜਿਵੇਂ ਆ ਨਗਰ ਹੈ, ਇਹ ਫਲਾਣਾ ਨਗਰ ਹੈ, ਫਲਾਣਾ ਸ਼ਹਿਰ ਹੈ। ਕਹਿੰਦੇ ਨੇ ਨਾਗਰ, ਨਾਗਰ ਦਾ ਅਰਥ ਹੁੰਦਾ ਮਾਇਆ, ਤ੍ਰੈ ਗੁਣੀ ਮਾਇਆ, ਰਜ ਗੁਣ, ਤਮ ਗੁਣ, ਸਤ ਗੁਣ। ਸਾਡੀ ਸੁਰਤ ਕਿੱਥੇ ਅਟਕੀ ਹੋਈ ਹੈ? ਸਾਡੀ ਸੁਰਤੀ ਕਿੱਥੇ ਜੁੜੀ ਹੋਈ ਹੈ? ਤ੍ਰੈ ਗੁਣੀ ਮਾਇਆ ਦੇ ਵਿੱਚ। ਸਾਡੀ ਸੁਰਤ ਉੱਥੇ ਹੀ ਅਟਕੀ ਹੈ ਨਾ। ਅਸੀਂ ਧਰਮ ਦੇ ਕਰਮ ਤਾਂ ਕਰਦੇ ਪਏ ਆ, ਪਰ ਸਾਡੀ ਸੁਰਤ ਅਟਕੀ ਹੋਈ ਹੈ ਤ੍ਰੈ ਗੁਣੀ ਮਾਇਆ 'ਚ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਜਪਜੀ ਸਾਹਿਬ ਦਾ ਪਾਠ ਇੱਕ ਮਨ ਇੱਕ ਚਿੱਤ ਹੋ ਕੇ ਸੁਣਾਓ। ਉਹ ਸੁਣਾਇਆ, ਪਰ ਅੰਦਰ ਦੀ ਸੁਰਤ ਕਿੱਥੇ ਅਟਕ ਗਈ? ਉਹ ਮਾਇਆ ਦੇ ਵਿੱਚ ਅਟਕ ਗਈ, ਜਿਹੜਾ ਘੋੜੇ ਦੇ ਰੂਪ ਵਿੱਚ ਖਲੋਤਾ ਸੀ। ਪਾਠ ਤਾਂ ਹੋ ਗਿਆ, ਪਰ ਸੁਰਤ ਅਟਕ ਗਈ, ਜਾ ਕੇ ਉਸ ਘੋੜੇ ਰੂਪੀ ਮਾਇਆ ਦੇ ਵਿੱਚ ਅਟਕ ਗਈ, ਨਹੀਂ ਉਹਦੇ ਤੋਂ ਸਾਂਝ ਤੋੜ ਸਕੇ। ਸਾਡੀ ਜਿਹੜੀ ਸਾਂਝ ਸੀ ਉਹਦੇ ਕੋਲੋਂ ਟੁੱਟ ਹੀ ਨਾ ਸਕੀ। ਇਸ ਕਰਕੇ ਅਸੀਂ ਸੰਸਾਰ ਨਾਲ ਹੀ ਜੁੜੇ ਰਹਿ ਗਏ। ਇੰਨੀ ਬਾਣੀ ਨਾਲ ਜੁੜ ਕੇ, ਬਾਣੀ ਦਾ ਅਭਿਆਸ ਕਰਕੇ ਵੀ ਨਿਰੰਕਾਰ ਨਾਲ ਨਾ ਜੁੜ ਸਕੇ। ਆਮ ਤੌਰ ਤੇ ਤੁਸੀਂ ਕੀ ਕਹਿੰਦੇ ਹੋ? ਬਹੁਤਾਤ ਇਹੀ ਕਹਿੰਦੇ ਨੇ ਵੀ ਬਾਣੀ ਬੜੀ ਪੜ੍ਹਦੇ ਆ, ਬੜਾ ਬਾਣੀ ਦਾ ਜਾਪ ਕਰਦੇ ਆ, ਪਰ ਕੀ ਕਰੀਏ, ਸੁਰਤ ਹੀ ਨਹੀਂ ਸਾਡੀ ਜੁੜਦੀ। ਕਿਉਂ? ਕਿਉਂਕਿ ਸੁਰਤ ਤਾਂ ਤੇਰੀ ਮਾਇਆ ਨਾਲ ਜੁੜੀ ਪਈ ਹੈ। ਗੁਰੂ ਸਾਹਿਬ ਨੇ ਕਿਹਾ ਸੀ ਨਾ ਬਾਣੀ ਵਿੱਚ, ਕਹਿੰਦੇ ਮੈਂ ਬੜਾ ਹੈਰਾਨ ਹੁੰਨਾ, ਤੀਰਥ ਜਾਓ ਤਾਂ ਹਾਉ ਹਾਉ ਕਰਤੇ, ਪੰਡਤ ਪੁੱਛੋ ਤੋ ਮਾਇਆ ਰਾਤੇ। ਇਹਦਾ ਮਤਲਬ ਵਿਦਵਤਾ ਤਾਂ ਆ ਗਈ, ਪੰਡਤ ਦਾ ਅਰਥ ਸੀ ਵਿਦਵਤਾ, ਗਿਆਨ ਤਾਂ ਆ ਗਿਆ, ਪਰ ਉਸ ਮਾਇਆ ਨਾਲੋਂ ਸਾਂਝ ਟੁੱਟ ਹੀ ਨਾ ਸਕੀ। ਜਿੰਨਾ ਚਿਰ ਮਾਇਆ ਨਾਲੋਂ, ਸੰਸਾਰ ਨਾਲੋਂ ਇਹ ਸਾਂਝ ਨਹੀਂ ਟੁੱਟੇਗੀ, ਉਨਾ ਚਿਰ ਹਾਉ ਹਾਉ ਨਹੀਂ ਮੁੱਕਣੀ ਸਾਡੀ। ਹਉਮੈ ਦੀ ਬੋਲੀ ਅੰਦਰੋਂ ਮੁੱਕ ਹੀ ਨਹੀਂ ਸਕਦੀ। ਹੁਣ ਬਾਬਾ ਫਰੀਦ ਸਾਹਿਬ ਕਹਿੰਦੇ, ਮੈਂ ਕੀ ਕੀਤਾ? ਮੈਂ ਜਿਹੜੀ ਮਾਇਆਵੀ ਮੱਤ ਸੀ ਨਾ, ਉਹ ਮੈਂ ਮਟਕੀ ਭੰਨ ਦਿੱਤੀ। ਜਦੋਂ ਮੈਂ ਮਟਕੀ ਭੰਨੀ ਤੇ ਮੈਂ ਆਪਣੀ ਮੱਤ ਨੂੰ ਦੁਬਾਰਾ ਪਰਮੇਸ਼ਵਰ ਦੇ ਨਾਮ ਨਾਲ ਘੜਿਆ, ਉਹਦੇ ਸ਼ਬਦ ਨਾਲ ਘੜਿਆ। ਜਦੋਂ ਉਹਦੇ ਨਾਲ ਮੈਂ ਘੜਿਆ ਤੇ ਸਵੰਨ ਵੀ ਮੇਰੀ ਜਿਹੜੀ ਮੱਤ ਰੂਪੀ ਮਟਕੀ ਸੀ, ਉਹ ਅੱਗੇ ਨਾਲੋਂ ਸੋਹਣੀ ਹੋ ਗਈ, ਅੱਗੇ ਨਾਲੋਂ ਮੇਰੀ ਮੱਤ ਚੰਗੀ ਹੋ ਗਈ। ਹੁਣ ਜਦੋਂ ਮੈਂ ਆਪਣੀ ਮੱਤ ਨੂੰ ਘੜ ਕੇ ਸੋਹਣਾ ਬਣਾਇਆ, ਟੂਟੀ ਨਾਗਰ ਲੱਜ। ਨਾਗਰ ਦਾ ਅਰਥ ਤ੍ਰੈ ਗੁਣੀ ਮਾਇਆ, ਲੱਜ ਦਾ ਅਰਥ ਰੱਸੀ ਦਾ ਮਤਲਬ ਹੈ ਸੁਰਤ। ਮੇਰੀ ਸੁਰਤ ਤ੍ਰੈ ਗੁਣੀ ਮਾਇਆ ਨਾਲੋਂ ਟੁੱਟ ਗਈ। ਜਦੋਂ ਮੇਰੀ ਸੁਰਤ ਤ੍ਰੈ ਗੁਣੀ ਮਾਇਆ ਦੇ ਨਾਲੋਂ ਟੁੱਟ ਗਈ ਨਾ, ਤੇ ਫਿਰ ਅਗਲੀ ਵਿਚਾਰ ਸਮਝਾਉਂਦੇ ਹਨ। ਅਜ਼ਰਾਇਲ ਫਰਿਸ਼ਤਾ ਕੈ ਘਰ ਨਾਠੀ ਅੱਜ। ਬਾਬਾ ਫਰੀਦ ਸਾਹਿਬ ਕਹਿੰਦੇ, ਹੁਣ ਮੈਂ ਬੇਫਿਕਰ ਹੋ ਗਿਆ, ਕਿਉਂਕਿ ਮੈਨੂੰ ਹੁਣ ਮੌਤ ਦੇ ਫਰਿਸ਼ਤੇ ਦਾ ਡਰ ਨਹੀਂ ਰਿਹਾ, ਤੇ ਨਾ ਹੀ ਮੇਰੇ ਕੋਲ ਮੌਤ ਦਾ ਫਰਿਸ਼ਤਾ ਆ ਕੇ ਮੈਨੂੰ ਡਰਾ ਸਕਦਾ ਹੈ। ਕਹਿੰਦੇ ਇਹ ਤੇ ਪ੍ਰਾਹੁਣਾ ਜਿਹੜਾ ਨਾ, ਇਹ ਮੇਰੇ ਘਰ ਨਹੀਂ ਆ ਸਕਦਾ। ਧਿਆਨ ਰੱਖਿਓ, ਨਾਠੀ, ਨਾਠੀ ਦਾ ਅਰਥ ਹੁੰਦਾ ਪ੍ਰਾਹੁਣਾ। ਇਹ ਜਿਹੜਾ ਪ੍ਰਾਹੁਣਾ ਹੈ ਨਾ, ਇਹ ਆਉਣਾ ਸਾਰਿਆਂ ਦੇ ਘਰ ਹੈ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਪਰ ਬਾਬਾ ਫਰੀਦ ਸਾਹਿਬ ਕਹਿੰਦੇ, ਜਿਹੜੀ ਮੈਂ ਆਪਣੀ ਮੱਤ ਰੂਪੀ ਜਿਹੜੀ ਆ ਮਟਕੀ ਨੂੰ ਘੜ ਕੇ ਤ੍ਰੈ ਗੁਣੀ ਮਾਇਆ ਤੋਂ ਸੁਰਤ ਦੀ ਰੱਸੀ ਨੂੰ ਤੋੜ ਕੇ ਨਿਰੰਕਾਰ ਨਾਲ ਜੋੜ ਲਈ, ਹੁਣ ਇਹ ਮੌਤ ਦਾ ਫਰਿਸ਼ਤਾ ਮੈਨੂੰ ਨਹੀਂ ਡਰਾ ਸਕਦਾ, ਕਿਉਂਕਿ ਮੈਂ ਜੀਵਨ ਮੁਕਤ ਹੋ ਗਿਆ। ਮੈਂ ਜੀਵਨ ਜੁਗਤ ਦੀ ਜਾਂਚ ਸਿੱਖ ਕੇ ਜੀਵਨ ਮੁਕਤ ਹੋ ਗਿਆ। ਹੁਣ ਮੈਨੂੰ ਇਹ ਪ੍ਰਾਹੁਣਾ ਆ ਕੇ ਮੈਨੂੰ ਡਰਾ ਨਹੀਂ ਸਕਦਾ, ਜਾਂ ਮੇਰੇ ਘਰ ਆ ਨਹੀਂ ਸਕਦਾ ਅੱਜ, ਕਿਉਂਕਿ ਪਿਛਲਾ ਸਮਾਂ ਜਿਹੜਾ ਸੀ ਉਹ ਤੇ ਮੈਂ ਭੰਨ ਦਿੱਤਾ, ਉਹ ਤੇ ਮੱਤ ਆਪਣੀ ਖਤਮ ਕਰ ਦਿੱਤੀ। ਹੁਣ ਮੈਂ ਗੁਰੂ ਦੀ ਮੱਤ ਧਾਰਨ ਕਰਕੇ ਅੱਗੋਂ ਆ ਅਵਸਥਾ ਬਣਾ ਲਈ। ਹੁਣ ਕਹਿੰਦੇ ਅਜ਼ਰਾਇਲ ਫਰਿਸ਼ਤਾ, ਜਿਹੜਾ ਫਰਿਸ਼ਤਾ ਮੌਤ ਦਾ, ਕਹਿੰਦੇ ਕੈ ਘਰ ਨਾਠੀ ਅੱਜ। ਇਹ ਹੋਰ ਘਰਾਂ ਦੇ ਵਿੱਚ ਇਹ ਪ੍ਰਾਹੁਣਾ ਤੇ ਆ ਸਕਦਾ ਹੈ, ਪਰ ਅੱਜ ਇਹ ਮੇਰੇ ਘਰ ਨਹੀਂ ਆ ਸਕਦਾ। ਕਿਉਂ? ਕਿਉਂਕਿ ਮੈਂ ਨਿਰੰਕਾਰ ਨਾਲ ਆਪਣੀ ਸੁਰਤ ਨੂੰ ਜੋੜ ਲਿਆ। ਹੁਣ ਮੈਨੂੰ ਇਹਦਾ ਖੌਫ ਨਹੀਂ, ਹੁਣ ਮੈਨੂੰ ਇਹਦਾ ਡਰ ਨਹੀਂ। ਜਿਹਨੂੰ ਕਬੀਰ ਜੀ ਨੇ ਕਿਹਾ ਸੀ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਮਰਨਾ ਕੀ ਸੀ? ਆ ਜਿਹੜੀ ਕਹਿੰਦੇ ਬਾਬਾ ਫਰੀਦ ਸਾਹਿਬ ਕਹਿੰਦੇ ਭੰਨੀ, ਮੈਂ ਆਪਣੀ ਮੱਤ ਨੂੰ ਭੰਨ ਦਿੱਤਾ। ਮੈਂ ਆਪਣੀ ਮੱਤ ਰੂਪੀ ਮਟਕੀ ਭੰਨ ਕੇ ਮੈਂ ਦੂਜੀ ਗੁਰੂ ਦੀ ਮੱਤ ਵਾਲੀ, ਪਰਮੇਸ਼ਵਰ ਦੇ ਗਿਆਨ ਵਾਲੀ ਮਟਕੀ ਬਣਾ ਲਈ।
ਹੁਣ ਮੇਰੇ ਮਨ ਦੇ ਵਿੱਚ ਆਨੰਦ ਆ ਗਿਆ, ਹੁਣ ਮੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਗਈ। ਹੁਣ ਇਹ ਮੌਤ ਦਾ ਫਰਿਸ਼ਤਾ ਜਿਹੜਾ ਨਾ, ਇਹ ਜੰਮ ਦਾ ਡੰਡਾ, ਇਹ ਮੇਰੇ ਨਹੀਂ ਵੱਜ ਸਕਦਾ, ਕਿਉਂਕਿ ਜੰਮ ਦਾ ਡੰਡਾ ਉਹਦੇ ਵੱਜਣਾ ਜਿਹਦਾ ਮਨ ਸੁੱਤਾ ਪਿਆ ਹੈ, ਜਿਹਦੀ ਮਤ ਨੇ ਕੁਮਤ ਧਾਰਨ ਕਰ ਲਈ। ਗੁਰੂ ਸਾਹਿਬ ਕਿਹਾ ਨਾ, ਮਨ ਰੇ ਕੌਣ ਕੁਮਤ ਤੈਂ ਲੀਨੀ। ਜਿਹਦੀ ਮਤ ਭੈੜੀ ਹੈ, ਮਨ ਸੁੱਤਾ ਪਿਆ ਹੈ, ਉਹਦੇ ਆ ਕੇ ਇਹ ਜੰਮ ਦਾ ਡੰਡਾ ਵੱਜਣਾ। ਬਾਬਾ ਫਰੀਦ ਸਾਹਿਬ ਕਹਿੰਦੇ ਮੇਰੇ ਨਹੀਂ ਵੱਜ ਸਕਦਾ, ਕਿਉਂਕਿ ਮੈਂ ਆਪਣੀ ਮਤ ਹੀ ਚੇਂਜ ਕਰ ਲਈ। ਮੈਂ ਆਪਣੀ ਸੁਰਤ ਨੂੰ ਤ੍ਰੈ ਗੁਣੀ ਮਾਇਆ ਨਾਲੋਂ ਤੋੜ ਕੇ ਨਿਰੰਕਾਰ ਨਾਲ ਜੋੜ ਲਿਆ। ਹੁਣ ਮੇਰੇ ਅੰਦਰ ਮਨ ਜਿਹੜਾ ਇਹਦੇ ਵਿੱਚ ਜਾਗਰਤਾ ਆ ਗਈ, ਇਹ ਸੁਚੇਤ ਹੋ ਗਿਆ, ਕਿਉਂਕਿ ਮਤ ਚੰਗੀ ਹੋ ਗਈ। ਪਹਿਲਾਂ ਮਤ ਦੁਨਿਆਵੀ ਸੀ, ਹੁਣ ਮਤ ਜਿਹੜੀ ਹੈ ਨਿਰੰਕਾਰ ਨਾਲ ਜੁੜ ਕੇ ਗੁਰੂ ਦੀ ਮਤ ਲੈ ਕੇ ਚੰਗੀ ਹੋ ਗਈ। ਇਸ ਲਈ ਕਹਿ ਰਹੇ ਨੇ ਕਿ ਅਜ਼ਰਾਈਲ ਫਰੇਸ਼ਤਾ ਕੈ ਘਰ ਨਾਠੀ ਅੱਜ। ਕਹਿੰਦੇ ਇਹ ਮੇਰੇ ਘਰ ਅੱਜ ਕੀ ਲੈਣ ਆਏਗਾ, ਮੇਰੇ ਘਰ ਇਹਨੇ ਕੀ ਲੈਣ ਆਉਣਾ, ਕਿਉਂਕਿ ਹੁਣ ਮੇਰੇ ਘਰ ਵਿੱਚ ਤਾਂ ਨਿਰੰਕਾਰ ਦੀ ਖੇਡ ਬਣ ਗਈ, ਮੇਰੇ ਘਰ ਦੇ ਵਿੱਚ ਤਾਂ ਪਰਮੇਸ਼ਵਰ ਦੀਆਂ ਬਖਸ਼ਿਸ਼ਾਂ ਦੀ ਖੇਡ ਬਣ ਗਈ। ਹੁਣ ਇਹਨੇ ਮੇਰੇ ਘਰ ਕੀ ਲੈਣ ਵਾਸਤੇ ਆਉਣਾ। ਇਸ ਮੌਤ ਦੇ ਫਰਿਸ਼ਤੇ ਤੋਂ, ਜੰਮ ਦੇ ਡੰਡੇ ਤੋਂ ਮੇਰਾ ਸਦਾ ਲਈ ਛੁਟਕਾਰਾ ਹੋ ਗਿਆ। ਇਹ ਸਾਨੂੰ ਕਿਉਂ ਸਮਝਾ ਰਹੇ ਨੇ? ਸਾਨੂੰ ਸਮਝਾਉਂਦੇ ਨੇ, ਗੁਰੂ ਕੋਲ ਆਉਂਦੇ ਹੋ ਤਾਂ ਗੁਰੂ ਦੀ ਮੱਤ ਵੀ ਲਿਆ ਕਰੋ। ਗੁਰੂ ਸਾਹਿਬ ਕੋਲ ਆਏ ਆ ਤੇ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਬਣੀਏ। ਇਹ ਨਾ ਹੋਵੇ ਕਿ ਗੁਰਬਾਣੀ ਪੜ੍ਹਦੇ ਆ, ਜੀਵਨ ਲੰਘ ਰਿਹਾ, ਪਰ ਅਸੀਂ ਆਪਣੀ ਮੱਤ ਛੱਡਣ ਨੂੰ ਤਿਆਰ ਨਹੀਂ ਤੇ ਗੁਰੂ ਦੀ ਮੱਤ ਲੈਣ ਨੂੰ ਤਿਆਰ ਨਹੀਂ। ਫਿਰ ਗੁਰਬਾਣੀ ਪੜ੍ਹੇ ਦਾ ਅਸਰ ਕੀ ਹੋਏਗਾ? ਗੁਰਬਾਣੀ ਪੜ੍ਹਨ ਸੁਣਨ ਦਾ ਮਤਲਬ ਹੈ ਆਪਣੀ ਮੱਤ ਨੂੰ ਤਿਆਗ ਤੇ ਗੁਰੂ ਦੀ ਮੱਤ ਨੂੰ ਧਾਰਨ ਕਰ। ਅਸੀਂ ਮੱਥਾ ਟੇਕਦੇ ਆਂ, ਸਿਰ ਨਵਾਉਂਦੇ ਆਂ। ਮੱਥਾ ਟੇਕਣ, ਸਿਰ ਨਵਾਉਣ ਦਾ ਮਤਲਬ ਕੀ ਸੀ? ਮੱਥਾ ਟੇਕਣ ਦਾ ਮਤਲਬ ਸੀ ਕਿ ਮੈਂ ਆਪਣੀ ਮੱਤ ਤੁਹਾਡੇ ਚਰਨਾਂ ਵਿੱਚ ਰੱਖ ਦਿੱਤੀ, ਤੇ ਜਿਹੜੀ ਬੈਠ ਕੇ ਮੈਂ ਗੁਰਬਾਣੀ ਕਥਾ ਕੀਰਤਨ ਰਾਹੀਂ ਸੁਣਨੀ ਹੈ ਵਿਚਾਰ, ਮੈਂ ਤੁਹਾਡੀ ਮੱਤ ਲੈ ਕੇ ਹੁਣ ਮੈਂ ਜਾਣਾ, ਕਿਉਂਕਿ ਮੱਥਾ ਟੇਕਣ ਲੱਗਿਆ ਆਪਣੀ ਮੱਤ ਤੇ ਮੈਂ ਰੱਖ ਦਿੱਤੀ। ਪਰ ਅਸੀਂ ਸਮਝਿਆ ਵੀ ਨਹੀਂ, ਇਹ ਮੱਥਾ ਟੇਕਣਾ ਤਾਂ ਇੱਕ ਰਸਮ ਹੈ ਵੀ ਆਓ ਆ ਕੇ ਸਿਰ ਜਿਹੜਾ ਉਹ ਨਿਵਾਓ, ਮੱਥਾ ਟੇਕੋ, ਪਰਿਕਰਮਾ ਕਰੋ ਤੇ ਇਸ ਪਾਸਿਓਂ ਬਾਹਰ ਲੰਘ ਜਾਓ। ਨਾ ਮੱਤ ਦੇਣੀ ਹੈ ਤੇ ਨਾ ਮੱਤ ਲੈਣੀ ਹੈ। ਇਹੀ ਹੈ ਨਾ। ਫਿਰ ਕੀ ਹੋਏਗਾ? ਨਾ ਆਪਣੀ ਮੱਤ ਦਿੱਤੀ, ਨਾ ਗੁਰੂ ਦੀ ਮੱਤ ਅਸੀਂ ਲਿੱਤੀ, ਫਿਰ ਕੀ ਲਿਆ ਤੇ ਕੀ ਅਸੀਂ ਦਿੱਤਾ ਗੁਰੂ ਨੂੰ? ਨਾ ਅਸੀਂ ਗੁਰੂ ਨੂੰ ਕੁਝ ਦਿੱਤਾ, ਨਾ ਅਸੀਂ ਗੁਰੂ ਸਾਹਿਬ ਕੋਲੋਂ ਕੁਝ ਲਿਆ। ਜਿਵੇਂ ਆਏ ਸੀ ਉਵੇਂ ਹੀ ਵਾਪਸ ਮੁੜ ਗਏ। ਸਾਡਾ ਗੁਰੂ ਦੁਆਰੇ ਆਉਣ ਦਾ ਮਤਲਬ ਹੈ ਕਿ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਗੁਰਮਤੀਏ ਬਣ ਕੇ ਅਸੀਂ ਆਪਣੇ ਜੀਵਨ ਨੂੰ ਜਿਉਣਾ, ਤਾਂ ਕਿ ਇਹ ਮੌਤ ਦਾ ਫਰਿਸ਼ਤਾ ਇਹ ਜਿਹੜਾ ਸਾਨੂੰ ਆ ਕੇ ਨਾ ਡਰਾਵੇ, ਇਹ ਜੰਮ ਦਾ ਡੰਡਾ ਸਾਡੇ ਆ ਕੇ ਨਾ ਵੱਜੇ। ਪਰ ਇਹ ਕਹਿੰਦੇ ਉਹਨਾਂ ਦਾ ਹੀ ਹੋ ਸਕਦਾ ਜਿਨ੍ਹਾਂ ਨੇ ਪਹਿਲੀ ਮੱਤ ਨੂੰ ਭੰਨ ਕੇ ਤੇ ਗੁਰੂ ਦੀ ਮੱਤ ਰਾਹੀਂ ਆਪਣੀ ਚੰਗੀ ਮੱਤ ਆਪਣੇ ਅੰਦਰ ਬਣਾ ਲਈ ਹੈ। ਉਹ ਫਿਰ ਉਹ ਜਿਵੇਂ ਬਾਣੀ ਵਿੱਚ ਨਾਠੀ ਦਾ ਅਰਥ ਆਪਾਂ ਕਰਦੇ ਚਲੀਏ, ਨਾਠੀ ਦਾ ਜਿਵੇਂ ਬਚਨ ਪੜ੍ਹਦੇ ਆ ਨਾ, ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ। ਕਹਿੰਦੇ ਧਨ ਹੋਵੇ, ਜੋਬਨ ਹੋਵੇ, ਫੁੱਲ ਹੋਵੇ ਖਿੜਿਆ। ਇਹ 4 ਦਿਨ ਦਾ ਪਰੋਣਾ ਹੈ, 4 ਦਿਨ ਦਾ ਮਹਿਮਾਨ ਹੈ। ਧਿਆਨ ਰੱਖਿਓ, 4 ਦਿਨ ਬਾਅਦ ਧਨ ਵੀ ਖੁੰਝ ਜਾਣਾ, ਫੁੱਲ ਨੇ ਵੀ ਖਿੜੇ ਹੋਏ ਨੇ ਮੁਰਝਾ ਜਾਣਾ, ਤੇ ਆਹ ਜਿਹੜਾ ਜੋਬਨ ਹੈ ਇਹ ਵੀ 4 ਦਿਨਾਂ ਦਾ ਹੈ। ਇਹ 4 ਦਿਨ ਦਾ ਜੋਬਨ ਵੀ ਇੱਕ ਦਿਨ ਬੜੇਪੇ ਵਿੱਚ ਬਦਲ ਜਾਣਾ। ਇਸ ਲਈ ਇਹ 4 ਦਿਨ ਦੇ ਪਰੋਣੇ ਨੇ। ਇੱਥੇ ਨਾਠੀ ਦਾ ਅਰਥ ਪਰੋਣਾ। ਕਹਿੰਦੇ ਆ ਜਿਹੜਾ ਅਜ਼ਰਾਈਲ ਫਰਿਸ਼ਤਾ ਰੂਪ ਵਿੱਚ ਪਰੋਣਾ ਹੈ, ਇਹ ਮੇਰੇ ਘਰ ਹੁਣ ਇਹਨੇ ਕੀ ਲੈਣ ਆਉਣਾ, ਕਿਉਂਕਿ ਮੈਂ ਆਪਣੀ ਮੱਤ ਨੂੰ ਭੰਨ ਕੇ ਗੁਰੂ ਦੀ ਮੱਤ ਧਾਰਨ ਕਰਕੇ ਆਪਣੀ ਸੁਰਤ ਨੂੰ ਤ੍ਰੈ ਗੁਣੀ ਮਾਇਆ ਨਾਲੋਂ ਤੋੜ ਕੇ ਉਸ ਨਿਰੰਕਾਰ ਦੇ ਨਾਲ ਜੋੜ ਲਿਆ ਹੈ। ਫਰੀਦਾ ਪੰਨੀ ਘੜੀ ਸਵਨਵੀ ਟੂਟੀ ਨਾਗਰ ਲੱਜ। ਹੁਣ ਪਹਿਲੀ ਗੱਲ ਤਾਂ ਬਾਬਾ ਫਰੀਦ ਸਾਹਿਬ ਨੇ, ਕਿਉਂਕਿ ਦੋਵੇਂ ਸ਼ਲੋਕ ਆਪਸ ਦੇ ਵਿੱਚ ਮਿਲਦੇ ਨੇ, ਜੇ ਪਹਿਲੀ ਪੰਕਤੀ ਦੋਵੇਂ ਸ਼ਲੋਕਾਂ ਦੀ ਲਓਗੇ ਤੇ ਬਿਲਕੁਲ ਸੇਮ ਹੈ।
ਕੋਈ ਉਹਦੇ ਵਿੱਚ ਅਰਥ ਵਿੱਚ ਤਬਦੀਲੀ ਨਹੀਂ। ਬਾਬਾ ਫਰੀਦ ਸਾਹਿਬ ਜੀ ਨੇ ਪਹਿਲੇ ਸ਼ਲੋਕ ਵਿੱਚ ਕਿਹਾ, ਫਰੀਦਾ ਭੰਨੀ ਘੜੀ ਸਵਰਨਵੀਂ ਟੁੱਟੀ ਨਾਗਰ ਲੱਜ, ਤੇ ਦੂਜੇ ਸ਼ਲੋਕ ਵਿੱਚ ਵੀ ਸੇਮ ਉਹੀ ਉਚਾਰਨ ਕਰ ਰਹੇ ਨੇ ਕਿ ਫਰੀਦਾ ਭੰਨੀ ਘੜੀ ਸਵਰਨਵੀਂ ਟੁੱਟੀ ਨਾਗਰ ਲੱਜ। ਹੁਣ ਜਿਹੜੀ ਦੂਸਰੀ ਪੰਕਤੀ ਹੈ ਉਹਦੇ ਵਿੱਚ ਥੋੜਾ ਜਿਹਾ ਅੰਤਰ ਹੈ। ਪਹਿਲੀ ਪੰਕਤੀ ਨੂੰ ਫਿਰ ਆਪਾਂ ਸਮਝ ਲਈਏ, ਕਿਉਂਕਿ ਬਾਬਾ ਫਰੀਦ ਸਾਹਿਬ ਨੇ ਦੂਜੇ ਸ਼ਲੋਕ ਵਿੱਚ ਫਿਰ ਰਿਪੀਟ ਕੀਤਾ। ਕਹਿਣ ਲੱਗੇ, ਧਿਆਨ ਰੱਖਿਓ, ਜਿਹੜੀ ਗੱਲ ਤੁਹਾਨੂੰ ਦੁਨੀਆ ਦੇ ਲੋਕਾਂ ਨੂੰ ਸਮਝਾਉਣਾ ਚਾਹ ਰਿਹਾ ਹਾਂ ਉਹ ਇਹ ਹੈ ਕਿ ਪਹਿਲਾਂ ਆਪਣੇ ਅੰਦਰ ਦੀ ਜਿਹੜੀ ਮੱਤ, ਦੁਨਿਆਵੀ ਮੱਤ, ਦੁਨੀਆ ਦੀ ਮੱਤ ਜਿਹੜੀ ਲੈ ਕੇ ਬੈਠੇ ਹੋਏ ਆ, ਜਿਹਦੇ ਨਾਲ ਸਾਡੀ ਮੱਤ ਕੁਮੱਤ ਹੋ ਚੁੱਕੀ ਹੈ, ਭੈੜੀ ਮੱਤ ਹੋ ਚੁੱਕੀ ਹੈ, ਉਸ ਘੜੀ ਨੂੰ ਪਹਿਲਾਂ ਅੰਦਰ ਦੀ ਮਟਕੀ ਨੂੰ ਭੰਨ ਦਿਓ। ਜਿਹੜੀ ਮਟਕੀ ਵਿੱਚ ਤੁਸੀਂ ਵਿਕਾਰਾਂ ਦੀ ਮੈਲ ਇਕੱਠੀ ਕਰਕੇ ਬੈਠੇ ਹੋਏ ਹੋ, ਜਿਹਦੇ ਨਾਲ ਭਜਨ ਬੰਦਗੀ ਨਹੀਂ ਹੁੰਦੀ, ਜਿਨ੍ਹਾਂ ਵਿੱਚ ਦੁਨੀਆ ਦਾ ਰਸ ਇਕੱਠਾ ਹੁੰਦਾ ਹੈ, ਜਿਹਦੇ ਵਿੱਚ ਵਿਕਾਰਾਂ ਦਾ ਰਸ ਇਕੱਠਾ ਹੁੰਦਾ ਹੈ। ਮਨ ਰੇ ਕੌਣ ਕੁਮਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ, ਭਗਤ ਨੇ ਕੀਨੀ, ਪਰ ਦਾਰਾ ਪਰ ਇਸਤਰੀ ਪਰ ਰੂਪ। ਕਹਿੰਦੇ ਬਸ ਉਹ ਤੇਰੀ ਮਟਕੀ ਰੂਪੀ ਮੱਤ ਵਿੱਚ ਭਰਿਆ ਪਿਆ ਹੈ। ਦੂਜਿਆਂ ਦੀ ਨਿੰਦਾ ਕਰਨੀ, ਚੁਗਲੀ ਕਰਨੀ, ਬੁਰੀਾਈ ਕਰਨੀ, ਆ ਤੇਰੀ ਮੱਤ ਰੂਪੀ ਮਟਕੀ ਵਿੱਚ ਭਰਿਆ ਪਿਆ। ਇਸ ਲਈ ਤੈਨੂੰ ਇਹ ਮਟਕੀ ਭੰਨਣੀ ਪੈਣੀ ਹੈ। ਜੇ ਤੂੰ ਆਪਣੀ ਮਟਕੀ ਦੇ ਅੰਦਰ ਉਸ ਪਰਮੇਸ਼ਵਰ ਦੇ ਨਾਮ ਦਾ ਰਸ ਭਰਨਾ ਚਾਹੁੰਦਾ ਹੈ, ਜੇ ਤੂੰ ਸੰਸਾਰ ਦੇ ਵਿਕਾਰਾਂ ਦੇ ਰਸ ਨੂੰ ਕੱਢ ਕੇ ਨਾਮ ਦਾ ਸਰਬ ਰਸ ਭਰਨਾ ਚਾਹੁੰਦਾ ਹੈ, ਉੱਤਮ ਰਸ ਭਰਨਾ ਚਾਹੁੰਦਾ ਹੈ, ਆਨੰਦ ਦਾ ਅੰਮ੍ਰਿਤ ਰਸ ਭਰਨਾ ਚਾਹੁੰਦਾ ਹੈ, ਤਾਂ ਪਹਿਲੀ ਮਟਕੀ ਤੈਨੂੰ ਫੋੜਨੀ ਪੈਣੀ ਹੈ, ਪਹਿਲੀ ਮਟਕੀ ਤੈਨੂੰ ਤੋੜਨੀ ਪਏਗੀ। ਉਹ ਫਿਰ ਗੁਰੂ ਦੀ ਮੱਤ ਵਿੱਚ ਜਿਹੜੀ ਮਟਕੀ ਤੇਰੀ ਤਿਆਰ ਹੋਏਗੀ, ਉਹਦੇ ਵਿੱਚ ਨਾਮ ਦੇ ਰਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਜਿੱਥੇ ਨਾਮ ਦਾ ਰਸ ਹੋਏਗਾ ਨਾ, ਉੱਥੇ ਕੀ ਹੋਏਗਾ? ਵਿਸਰ ਗਈ ਸਭ ਤਾਤ ਪਰਾਈ। ਕਹਿੰਦੇ ਉੱਥੇ ਸਾਰੀ ਪਰਾਈ ਤਾਤ, ਨਿੰਦਾ, ਚੁਗਲੀ ਸਭ ਵਿਸਰ ਜਾਏਗੀ, ਕਿਉਂਕਿ ਉੱਥੇ ਕਿਸੇ ਨਾਲ ਵੈਰ ਨਹੀਂ ਰਹਿਣਾ, ਕਿਸੇ ਨਾਲ ਨਫ਼ਰਤ ਨਹੀਂ ਰਹਿਣੀ, ਕਿਸੇ ਨਾਲ ਈਰਖਾ ਨਹੀਂ ਰਹਿਣੀ। ਉੱਥੇ ਸਾਰੇ ਹੀ ਉਸ ਰੱਬ ਦੇ ਬੰਦੇ ਜਿਹੜੇ ਆ ਉਹ ਨਜ਼ਰ ਆਉਣਗੇ। ਪਰ ਧਿਆਨ ਰੱਖਿਓ, ਇਹ ਮੱਤ ਕਿਸੇ ਕਿਸੇ ਕੋਲ ਹੈ, ਸਾਰਿਆਂ ਦੇ ਕੋਲ ਨਹੀਂ। ਜੇ ਇਹ ਮੱਤ ਸਾਰਿਆਂ ਕੋਲ ਹੋਵੇ ਤਾਂ ਜਿੰਨੇ ਦੁਨੀਆ 'ਚ ਪਾਪ ਹੋ ਰਹੇ ਨੇ ਇਹ ਖਤਮ ਨਾ ਹੋ ਜਾਣ, ਜਿੰਨੀਆਂ ਬੁਰਾਈਆਂ ਅੱਜ ਸੰਸਾਰ ਵਿੱਚ ਨੇ ਇਹ ਕਿਤੇ ਮੁੱਕ ਨਾ ਜਾਣ। ਅੱਜ ਤਾਂ ਦੇਖੋ, ਚਲੋ ਕੋਈ ਬਾਹਰੋਂ ਆ ਕੇ ਸਾਡਾ ਵੈਰੀ ਬਣ ਜਾਏ ਤੇ ਮੰਨਿਆ ਜਾ ਸਕਦਾ ਬੇਗਾਨਾ ਹੈ, ਪਰ ਅੱਜ ਤੇ ਭਰਾ ਹੀ ਭਰਾ ਦਾ ਵੈਰੀ ਬਣ ਕੇ ਬੈਠਾ। ਅੱਜ ਸਾਰੇ ਰਿਸ਼ਤੇ ਤਾਰ-ਤਾਰ ਹੋ ਚੁੱਕੇ ਨੇ। ਜਦੋਂ ਇਹ ਕੇਸ ਸਾਡੇ ਸਾਹਮਣੇ ਆਉਂਦੇ ਕਿ ਅੱਜ ਜਿਹੜਾ ਮਾਂ ਪੁੱਤਰ, ਪਿਓ ਧੀ ਦਾ ਰਿਸ਼ਤਾ ਜਿਹੜਾ ਸੀ, ਅੱਜ ਕਿਤੇ ਨਾ ਕਿਤੇ ਉਹ ਵੀ ਤਾਰ ਹੁੰਦਾ ਨਜ਼ਰ ਆਇਆ। ਭੈਣ ਭਰਾ ਦਾ ਪਾਕ ਪਵਿੱਤਰ ਰਿਸ਼ਤਾ ਆ ਸਾਡੀ ਮਾੜੀ ਮੱਤ ਨੇ, ਕੁਮੱਤ ਨੇ ਉਹਨੂੰ ਵੀ ਮੈਲਾ ਕਰ ਦਿੱਤਾ। ਭਰਾ ਨੇ ਭਰਾ ਨੂੰ ਮਾਰ ਦਿੱਤਾ। ਇੰਨੀ ਨਫ਼ਰਤ ਅੰਦਰ, ਇੰਨੀ ਈਰਖਾ, ਇੰਨਾ ਵੈਰ ਵਿਰੋਧ ਅੰਦਰ ਭਰ ਗਿਆ ਕਿ ਭਰਾ ਦੇ ਹੱਥੋਂ ਭਰਾ ਮਾਰਿਆ ਗਿਆ। ਕਿੰਨਾ ਅੰਦਰ ਵੈਰ ਭਰਿਆ ਸੀ। ਚਲੋ ਕੋਈ ਬੇਗਾਨਾ ਹੁੰਦਾ ਤਾਂ ਮੰਨ ਲੈਂਦੇ ਵੀ ਇਹਦਾ ਵੈਰੀ ਦੁਸ਼ਮਣ ਸੀ, ਪਰ ਭਰਾ, ਸਕਾ ਭਰਾ, ਖੂਨ ਦਾ ਬਲੱਡ ਰਿਲੇਸ਼ਨ ਜਿਹਦੇ ਨਾਲ ਹੈ, ਉਹ ਆਪਣੇ ਭਰਾ ਨੂੰ ਆਪਣੇ ਹੱਥੀਂ ਮਾਰ ਦਿੰਦਾ, ਵੱਢ ਦਿੰਦਾ। ਇੰਨੀ ਨਫ਼ਰਤ ਅੰਦਰ ਭਰ ਗਈ। ਇਹਦਾ ਮਤਲਬ ਇਹਦੀ ਮਟਕੀ ਵਿੱਚ ਜਿਹੜੀ ਮੱਤ ਹੈ ਨਾ, ਉਹ ਮੱਤ ਰੂਪੀ ਮਟਕੀ ਵਿੱਚ ਵਿਕਾਰ ਭਰੇ ਪਏ ਨੇ। ਪਰ ਜਦੋਂ ਤੁਹਾਡੀ ਮੱਤ ਰੂਪੀ ਮਟਕੀ ਵਿੱਚ ਗੁਰੂ ਦੀ ਮੱਤ ਆ ਜਾਏਗੀ, ਉਦੋਂ ਤੁਹਾਡਾ ਕੋਈ ਵੈਰੀ ਨਹੀਂ ਰਹੇਗਾ, ਕੋਈ ਤੁਹਾਡਾ ਦੁਸ਼ਮਣ ਨਹੀਂ ਰਹੇਗਾ। ਤੁਹਾਡੇ ਅੰਦਰ ਨਿਰਭਉ ਤੇ ਨਿਰਵੈਰ ਦੀ ਅਵਸਥਾ ਬਣ ਜਾਏਗੀ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਇਹ ਜਦੋਂ ਤੁਹਾਡੀ ਮੱਤ ਚੰਗੀ ਹੋ ਜਾਏਗੀ, ਫਿਰ ਤਾਂ ਤੁਸੀਂ ਬੁਰੇ ਦਾ ਵੀ ਭਲਾ ਹੀ ਕਰੋਗੇ, ਬੁਰੇ ਦਾ ਵੀ ਭਲਾ ਹੀ ਸੋਚੋਗੇ ਵੀ ਇਹਦਾ ਵੀ ਭਲਾ ਹੋ ਜਾਏ। ਪਰ ਜੇ ਤੁਹਾਡੀ ਮੱਤ ਖਰਾਬ ਹੈ ਤੇ ਮਾਫ ਕਰਨਾ, ਭਲੇ ਕਰਨ ਵਾਲੇ ਦਾ ਵੀ ਤੁਸੀਂ ਬੁਰਾ ਹੀ ਕਰੋਗੇ, ਭਲਾ ਕਰਨ ਵਾਲੇ ਦਾ ਵੀ ਤੁਸੀਂ ਬੁਰਾ ਹੀ ਕਰੋਗੇ। ਪਰ ਜਿਹਦੀ ਮੱਤ ਚੰਗੀ ਹੋ ਗਈ, ਉਹ ਕਹਿੰਦੇ ਫਰੀਦਾ ਬੁਰੇ ਦਾ
ਭਲਾ ਕਰ ਗੁੱਸਾ ਮਨ ਨ ਹਟਾਏ, ਦੇਹੀ ਰੋਗ ਨ ਲੱਗਈ, ਪੱਲੇ ਸਭ ਕਿਛ ਪਾਏ। ਉਹ ਕਹਿੰਦੇ ਜੋ ਤੈ ਮਾਰਨ ਮੁਕੀਆਂ, ਤਿਨਾਂ ਨ ਮਾਰੇ ਘੁੰਮ, ਆਪ ਨੜੇ ਘਰ ਜਾਈਏ ਪੈਰ, ਤਿਨਾਂ ਦੇ ਚੁੰਮ। ਇਹ ਹੈ ਚੰਗੀ ਮੱਤ ਵਾਲੀ ਦੀ ਵਿਚਾਰ। ਜਿਹਦੇ ਅੰਦਰ ਭੈੜੀ ਮੱਤ ਸੀ, ਕਹਿੰਦੇ ਉਹਨੇ ਤਾਂ ਭਲਾ ਕਰਨ ਵਾਲੇ ਦਾ ਵੀ ਬੁਰਾ ਹੀ ਕੀਤਾ। ਅੱਜ ਦੇਖੋ ਗੁਰੂ ਬਾਬੇ ਨਾਨਕ ਦੇ ਘਰ ਵਿੱਚੋਂ ਸ਼ੁਰੂ ਤੋਂ ਹੀ ਭਲਾ ਹੀ ਹੁੰਦਾ ਆਇਆ, ਪਰ ਉਪਕਾਰ ਦੇ ਕਾਰਜ ਹੀ ਹੁੰਦੇ ਆਏ ਨੇ। ਤੇ ਪਰ ਉਪਕਾਰ ਦੇ ਕਾਰਜ ਕਰਦਿਆਂ, ਭਲਾ ਕਰਦਿਆਂ ਜੇ ਗੁਰੂ ਸਾਹਿਬ ਜੀ ਨੂੰ ਤਤੀ ਤਵੀ ਤੇ ਵੀ ਬਹਿਣਾ ਪਿਆ, ਤੇ ਮਹਾਰਾਜ ਜੀ ਕਹਿੰਦੇ ਆ ਕੋਈ ਗੱਲ ਨਹੀਂ, ਦੁਨੀਆ ਦਾ ਭਲਾ ਕਰਦਿਆਂ, ਦੁਨੀਆ ਦੇ ਪਰ ਉਪਕਾਰ ਕਰਦਿਆਂ, ਜੇ ਤਤੀ ਤਵੀ ਵਾਲਾ ਵੀ ਕਹਿੰਦੇ ਸੇਕ ਸਹਿਣਾ ਪੈ ਜਾਏ ਤੇ ਉਹ ਵੀ ਮਨਜ਼ੂਰ ਹੈ, ਪਰ ਕਰਨਾ ਫਿਰ ਵੀ ਦੂਜਿਆਂ ਦਾ ਭਲਾ ਹੀ ਹੈ। ਮੰਗਣਾ ਫਿਰ ਵੀ ਇਹੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਕਹਿੰਦੇ ਜੇ ਗੁਰੂ ਤੇਗ ਬਹਾਦਰ ਸਾਹਿਬ ਆਖਦੇ ਨੇ ਕਿ ਦੂਜਿਆਂ ਦਾ ਭਲਾ ਕਰਦਿਆਂ, ਹਾਲਾਂਕਿ ਗੁਰੂ ਨਾਨਕ ਬਾਬੇ ਨਾਨਕ ਦੇ ਘਰ ਨਾਲ ਤਿਲਕ ਤੇ ਜੰਜੂ ਦਾ ਕੋਈ ਰਿਸ਼ਤਾ ਨਹੀਂ ਹੈ, ਕੋਈ ਵਾਸਤਾ ਨਹੀਂ ਹੈ, ਪਰ ਜੇ ਭਲਾ ਕਰਨ ਪਰ ਉਪਕਾਰ ਕਰਨ ਤੇ ਆਏ ਤਾਂ ਸਾਹਿਬ ਨੇ ਆਖਿਆ ਕੋਈ ਗੱਲ ਨਹੀਂ, ਜੇ ਸਾਡਾ ਇਹਨਾਂ ਨਾਲ ਕੋਈ ਲਿੰਕ ਨਹੀਂ ਤਿਲਕ ਤੇ ਜੰਜੂ ਨਾਲ, ਪਰ ਜਿਹੜਾ ਇਨਸਾਨ ਰੱਬ ਨੇ ਪੈਦਾ ਕੀਤਾ ਹੈ ਉਹ ਮਨੁੱਖ ਨਾਲ ਤੇ ਸਾਡਾ ਰਿਸ਼ਤਾ ਹੈ ਨਾ, ਕਿਉਂਕਿ ਉਹ ਰੱਬ ਦਾ ਬੰਦਾ ਹੈ। ਏਕ ਪਿਤਾ ਏਕ ਸਕੇ ਹਮ ਬਾਰਕ। ਇਸ ਲਈ ਮਹਾਰਾਜ ਜੀ ਕਹਿੰਦੇ ਆ ਕਿ ਭਲਾ ਕਰਦਿਆਂ ਜੇ ਸਾਨੂੰ ਆਪਣਾ ਸੀਸ ਵੀ ਧੜ ਨਾਲੋਂ ਅਲੱਗ ਕਰਵਾਉਣਾ ਪਿਆ, ਤੇ ਅਸੀਂ ਆਪਣਾ ਸੀਸ ਵੀ ਧੜ ਨਾਲੋਂ ਅਲੱਗ ਕਰਾਉਣ ਲਈ ਤਿਆਰ ਹਾਂ, ਪਰ ਮੰਗਣਾ ਫਿਰ ਵੀ ਅਸੀਂ ਸਭਨਾਂ ਦਾ ਭਲਾ ਹੀ ਹੈ। ਫਿਰ ਵੀ ਗੁਰੂ ਨਾਨਕ ਸਾਹਿਬ ਦੇ ਘਰੋਂ ਆਵਾਜ਼ ਆਏਗੀ, ਫਰੀਦਾ ਬੁਰੇ ਦਾ ਭਲਾ ਕਰ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਵੱਲ ਵੇਖੀਏ ਤੇ ਸਾਹਿਬ ਕਹਿੰਦੇ ਆ ਜਿਹੜੇ ਪਹਾੜੀ ਰਾਜੇ ਆ ਕੇ ਘੇਰਾ ਪਾ ਕੇ ਬੈਠੇ ਨੇ, ਭਲਾ ਤਾਂ ਇਹਨਾਂ ਦਾ ਵੀ ਕਿਸੇ ਵੇਲੇ 6ਵੇਂ ਜਾਮੇ ਵਿੱਚ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਵੇਲੇ, ਪਰ ਅੱਜ ਇਹ ਲੱਖ ਬੁਰਾ ਸੋਚਣ, ਪਰ ਅਸੀਂ ਮੰਗਣਾ ਫਿਰ ਵੀ ਇਹਨਾਂ ਦਾ ਭਲਾ ਹੀ ਹੈ। ਸਮਾਂ ਪਾ ਕੇ ਗੁਰੂ ਕੇ ਖਾਲਸੇ ਨਾਲ ਕੀ ਕੁਝ ਨਹੀਂ ਹੋਇਆ, ਕਿੰਨਾ ਕਹਿਰ ਦੁਨੀਆ ਨੇ ਵਰਤਾਇਆ, ਕਿੰਨਾ ਬੇਗਾਨਾਪਨ ਦੁਨੀਆ ਨੇ ਵਿਖਾਇਆ। ਮੌਕਾ ਆਉਣ ਤੇ ਕਿੰਨੇ ਲੋਕ ਪਰਾਏ ਹੁੰਦੇ ਵੇਖੇ ਗਏ, ਪਰ ਗੁਰੂ ਨਾਨਕ ਸਾਹਿਬ ਦਾ ਘਰ ਆਪਣਾਪਨ ਜਿਹੜਾ ਸੀ ਉਹ ਕਦੇ ਛੱਡਿਆ ਨਹੀਂ। ਉਹ ਤਾਂ ਬੇਗਾਨੇ ਨੂੰ ਵੀ ਕਹਿੰਦੇ ਸੀ ਕਿ ਤੂੰ ਵੀ ਸਾਡਾ ਆਪਣਾ ਹੈ, ਪਰ ਦੁਨੀਆ ਨੇ ਫਿਰ ਵੀ ਜਿਹੜਾ ਹੈ ਉਹ ਬੇਗਾਨਾਪਨ ਦਿਖਾਇਆ। ਕਿਉਂ? ਕਿਉਂਕਿ ਦੁਨੀਆ ਦੀ ਮੱਤ ਵਿੱਚ ਤੇ ਗੁਰੂ ਨਾਨਕ ਸਾਹਿਬ ਜੀ ਦੀ ਦਿੱਤੀ ਹੋਈ ਮੱਤ ਰਾਹੀਂ ਗੁਰੂ ਕੇ ਸਿੱਖਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਕਿੰਨੀ ਵਾਰ ਖਾਲਸੇ ਨੂੰ ਮਿਟਾਉਣ ਦੇ ਯਤਨ ਕੀਤੇ ਗਏ, ਸਿਰਾਂ ਦੇ ਮੁੱਲ ਤੱਕ ਪਾਏ ਗਏ। ਸਾਡੀ ਜ਼ੁਬਾਨ ਤੋਂ ਗੁਰੂ ਗੁਰੂ ਸ਼ਬਦ ਨੂੰ ਮਿਟਾਉਣ ਲਈ ਗੁੜ ਦਾ ਨਾਮ ਵੀ ਬਦਲ ਦਿੱਤਾ ਗਿਆ, ਪਰ ਗੁਰੂ ਕਾ ਖਾਲਸਾ ਜਦੋਂ ਵੀ ਅਰਦਾਸ ਕਰਦਾ ਹੈ ਉਹ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ, ਕਿਉਂਕਿ ਉਹਦੇ ਅੰਦਰ ਨਿਰਭਉ ਤੇ ਨਿਰਵੈਰ ਦੀ ਅਵਸਥਾ ਹੈ। ਉਹ ਕਦੇ ਕਿਸੇ ਨਾਲ ਵੈਰ ਕਮਾਉਂਦਾ ਨਹੀਂ। ਜੇ ਵੈਰੀ ਵੀ ਆਵੇ ਤੇ ਉਹਦੇ ਭਲੇ ਲਈ ਹੀ ਅਰਦਾਸ ਕਰਦਾ ਹੈ ਕਿ ਮਹਾਰਾਜ ਜੀ ਜੇ ਵੈਰੀ ਵੀ ਆਇਆ ਤੇ ਕਿਰਪਾ ਕਰਨੀ ਇਹਦਾ ਵੀ ਭਲਾ ਹੋ ਜਾਏ। ਕਿਉਂ? ਫਿਰ ਉੱਥੇ ਹੀ ਆ ਜਾਈਏ, ਕਿਉਂਕਿ ਉਹਨਾਂ ਦੀ ਮੱਤ ਗੁਰੂ ਦੀ ਮੱਤ ਹੋ ਗਈ ਹੈ। ਉਹਨਾਂ ਨੇ ਗੁਰੂ ਦੀ ਮੱਤ ਨੂੰ ਧਾਰਨ ਕੀਤਾ। ਜੇ ਆਪਣੀ ਮੱਤ ਹੁੰਦੀ ਫਿਰ ਤੇ ਆਪਣੇ ਵੀ ਪਰਾਏ ਹੋ ਜਾਣੇ ਸਨ, ਆਪਣੇ ਵੀ ਬੇਗਾਨੇ ਹੋ ਜਾਣੇ ਸਨ, ਪਰ ਗੁਰੂ ਦੀ ਮੱਤ ਲਈ ਤਾਂ ਬੇਗਾਨਾ ਵੀ ਆਪਣਾ ਹੀ ਬਣ ਗਿਆ। ਕਹਿੰਦੇ ਨੇ ਐਸੀ ਕਿਰਪਾ ਗੁਰੂ ਸਾਹਿਬ ਦੀ ਹੁੰਦੀ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਜਿਹੜੀ ਮੱਤ ਵਿੱਚ ਵਿਕਾਰ ਆਉਣ, ਜਿਹੜੀ ਮੱਤ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਵੇ, ਜਿਹੜੀ ਮੱਤ ਵਿੱਚ ਨਿੰਦਾ ਚੁਗਲੀ ਬੁਰੀਆਈ ਆਵੇ, ਜਿਸ ਮੱਤ ਦੇ ਵਿੱਚ ਪਾਪ ਦੀ ਮੈਲ ਇਕੱਠੀ ਹੋਵੇ, ਕਹਿੰਦੇ ਮੈਂ ਉਹ ਮਟਕੀ ਹੀ ਭੰਨ ਕੇ ਰੱਖ ਦਿੱਤੀ। ਨਾ ਉਹ ਵਿਕਾਰਾਂ ਦੀ ਮਟਕੀ ਰਵੇਗੀ ਤੇ ਨਾ ਹੀ ਉਹਦੇ ਵਿੱਚ ਕੋਈ ਵਿਕਾਰਾਂ ਦਾ ਰਸ ਭਰੇਗਾ। ਮੈਂ ਤਾਂ ਹੁਣ ਚੰਗੀ ਮੱਤ ਵਾਲੀ ਘੜੀ ਆਪਣੀ ਮਟਕੀ ਤਿਆਰ ਕਰ ਲਈ, ਜਿਹੜੀ 120 ਬਹੁਤ ਸੁੰਦਰ ਹੈ, ਬੜੀ ਸੋਹਣੀ ਹੈ। ਉਹ ਜਿਹੜੀ ਮੈਂ ਮਟਕੀ ਹੁਣ ਤਿਆਰ ਆਪਣੀ ਮੱਤ ਦੀ ਕੀਤੀ ਹੈ, ਜਿਹਦੇ ਵਿੱਚ 3 ਗੁਣੀ ਜਿਹੜੀ ਹੈ ਮਾਇਆ ਨਾਗਰ ਨਾਲੋਂ ਮੇਰੀ ਸੁਰਤ ਰੂਪੀ ਲੱਜ ਜਿਹੜੀ ਹੈ ਉਹ ਟੁੱਟ ਗਈ ਹੈ। ਹੁਣ ਮੇਰੀ ਸੁਰਤ ਜੇ ਜੁੜੀ ਤਾਂ ਨਿਰੰਕਾਰ ਨਾਲ। ਹੁਣ ਇੱਥੇ ਕੀ ਫਰਕ ਪੈ ਗਿਆ?
ਸੰਸਾਰ ਨਾਲ ਸੁਰਤ, ਤ੍ਰੈ ਗੁਣੀ ਮਾਇਆ ਨਾਲ ਸੁਰਤ ਜੋੜੀ ਸੀ, ਰਜ ਗੁਣ, ਤਮ ਗੁਣ, ਸਤ ਗੁਣ ਨਾਲ। ਇਹ ਤਿੰਨ ਗੁਣੀ ਮਾਇਆ ਨਾਲ ਸੁਰਤ ਜੋੜੀ ਹੋਈ ਸੀ। ਸਾਡੀ ਜਿਹੜੀ ਲੱਜ ਇਹਦੇ ਨਾਲ ਲੱਗੀ ਜੁੜੀ ਹੋਈ ਸੀ। ਫਿਰ ਕੀ ਸੀ? ਕਹਿਣ ਲੱਗੇ ਫਿਰ ਵਿਕਾਰ ਤੋਂ ਸਿਵਾ, ਨਫ਼ਰਤ ਤੋਂ ਸਿਵਾ, ਦੁਸ਼ਮਣੀ ਤੋਂ ਸਿਵਾ ਹੋਰ ਕੁਝ ਵੀ ਨਹੀਂ। ਪਰ ਜਿੱਦਨ ਮੈਂ ਆਪਣੀ ਸੁਰਤ ਨੂੰ ਨਿਰੰਕਾਰ ਨਾਲ ਜੋੜ ਲਿਆ, ਹੁਣ ਕੀ ਹੋਇਆ? ਹੁਣ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਉਹਦੇ ਤੋਂ ਬਿਨਾ ਕੋਈ ਮੈਨੂੰ ਦਿਸਦਾ ਹੀ ਨਹੀਂ, ਫਿਰ ਮੈਂ ਨਫ਼ਰਤ ਕਿਹਦੇ ਨਾਲ ਕਰਾਂ? ਹੁਣ ਮੈਨੂੰ ਉਹਦੇ ਤੋਂ ਬਿਨਾ ਕੋਈ ਦਿਸਦਾ ਹੀ ਨਹੀਂ ਪਿਆ। ਹੁਣ ਜਿੱਧਰ ਵੀ ਮੈਂ ਝਾਤੀ ਮਾਰਦਾ ਮੈਨੂੰ ਇਦਾਂ ਲੱਗਦਾ ਹੈ ਕਿ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ। ਸਾਰੇ ਪਾਸੇ ਮੈਨੂੰ ਰੱਬੀ ਜੋਤ ਹੀ ਨਜ਼ਰ ਆਉਂਦੀ ਹੈ। ਮੈਨੂੰ ਕਰਤੇ ਦੀ ਕੁਦਰਤ ਨਜ਼ਰ ਆਉਂਦੀ ਹੈ, ਤੇ ਕਰਤੇ ਦੀ ਕੁਦਰਤ ਦੇ ਵਿੱਚ ਮੈਂ ਪਿਆਰ ਕਰਨਾ ਸਿੱਖਿਆ, ਨਫ਼ਰਤ ਕਰਨਾ ਨਹੀਂ ਸਿੱਖਿਆ। ਕਦੋਂ? ਜਦੋਂ ਮੇਰੀ ਆ ਨਾਗਰ ਜਿਹੜੀ ਲੱਜ ਸੀ ਨਾ, ਮੇਰੀ ਸੁਰਤ ਰੂਪੀ ਲੱਜ ਤ੍ਰੈ ਗੁਣੀ ਮਾਇਆ ਨਾਲੋਂ ਟੁੱਟ ਕੇ ਨਿਰੰਕਾਰ ਨਾਲ ਜੁੜ ਗਈ। ਇਸ ਲਈ ਦੁਬਾਰਾ ਦੂਜੇ ਸ਼ਲੋਕ ਵਿੱਚ ਰਿਪੀਟ ਕਰਦਿਆਂ ਸਮਝਾਉਣ ਦਾ ਯਤਨ ਕੀਤਾ। ਫਰੀਦਾ ਭੰਨੀ ਘੜੀ ਸੁਵੰਨਵੀਂ, ਟੁੱਟੀ ਨਾਗਰ ਲੱਜ। ਨਾਗਰ ਦਾ ਅਰਥ ਫਿਰ ਸਮਝ ਲੈਣਾ ਕਿ ਜਿਹੜੀ ਤ੍ਰੈ ਗੁਣੀ ਮਾਇਆ ਹੈ ਉਹਦੇ ਨਾਲੋਂ ਸੁਰਤ ਟੁੱਟ ਕੇ ਨਿਰੰਕਾਰ ਦੇ ਨਾਲ ਜੁੜ ਗਈ। ਜੋ ਸੱਜਣ ਪੋਏ ਭਾਰ ਥੇ, ਸੇ ਕਿਉ ਆਵਹਿ ਅੱਜ। ਬਾਬਾ ਫਰੀਦ ਸਾਹਿਬ ਕਹਿੰਦੇ, ਮੈਂ ਦੇਖਿਆ ਸੀ, ਜਿਵੇਂ ਪਹਿਲਾਂ ਜ਼ਿਕਰ ਕੀਤਾ, ਫਰੀਦਾ ਇੱਟ ਸਿਰਾਣੇ ਭੋਏ ਸਵਣ। ਜਿਹੜੇ ਭੋਏ ਸਵਣ ਵਾਲੇ ਸਨ ਉਹਨਾਂ ਨੇ ਨਾਮ ਨੂੰ ਵਿਸਾਰ ਕੇ ਸੁੱਤਾ। ਮਨ ਕਿਉਂ ਸੌਂਦਾ ਹੈ? ਜਦੋਂ ਨਾਮ ਵਿਸਰ ਜਾਏ। ਮਨ ਸਰੀਰ ਨਾਲ ਕਦੋਂ ਜੁੜਦਾ ਹੈ? ਜਦੋਂ ਆਪਣਾ ਮੂਲ ਭੁੱਲ ਜਾਏ। ਆਪਣਾ ਅੰਦਰ ਦਾ ਜੀਵ ਆਤਮਾ ਦਾ ਮੂਲ ਭੁੱਲ ਕੇ ਪਰਮੇਸ਼ਵਰ ਨੂੰ ਵਿਸਾਰ ਕੇ ਇਸ ਮਨ ਨੇ ਸਰੀਰ ਨਾਲ ਮੋਹ ਪਾ ਲਿਆ। ਸਰੀਰ ਨਾਲ ਮੋਹ ਪਿਆਰ ਐਸਾ ਪਾ ਲਿਆ ਕਿ ਇਹਨੂੰ ਨੀਂਦ ਆ ਗਈ। ਇਹ ਇਸ ਜ਼ਮੀਨ ਸਰੀਰ ਰੂਪੀ ਭੋਏ ਜ਼ਮੀਨ ਤੇ ਸੌਂ ਗਿਆ। ਤੇ ਕਹਿੰਦੇ ਜਿਹੜੇ ਸੌਂ ਗਏ ਸੀ ਉਹ ਅਕਿਰਤ ਘਣ ਬਣ ਗਏ। ਜਿਹੜੇ ਸੌਂ ਗਏ ਸੀ ਉਹ ਲੂਣ ਹਰਾਮੀ ਹੋ ਗਏ। ਜਿਹੜੇ ਸੌਂ ਗਏ ਸੀ ਉਹ ਅਕਿਰਤ ਘਣ। ਤੇ ਇਸ ਧਰਤੀ ਤੇ ਭਾਰ ਕਾਹਦਾ ਹੈ? ਕਹਿੰਦੇ ਅਕਿਰਤ ਘਣ ਦਾ ਭਾਰ ਹੈ। ਲੂਣ ਹਰਾਮੀ ਜਿਹੜੇ ਨੇ ਉਹਨਾਂ ਦਾ ਭਾਰ ਹੈ। ਜਿਹਦਾ ਦਿੱਤਾ ਖਾਂਦੇ ਨੇ ਉਹਨੂੰ ਚੇਤੇ ਵੀ ਨਹੀਂ ਕਰਦੇ। ਜਿਹਦੀ ਦਿੱਤੀ ਹੋਈ ਜ਼ਿੰਦਗੀ ਨੂੰ ਜਿਉਂਦੇ ਨੇ ਉਹਦੇ ਨਾਮ ਨਾਲ ਜੁੜਦੇ ਨਹੀਂ। ਤੇ ਇਸ ਤੋਂ ਵੱਡਾ ਅਕਿਰਤ ਘਣ ਕੌਣ ਹੋਏਗਾ? ਜਿਹਦਾ ਦਿੱਤਾ ਖਾ ਰਹੇ ਆ ਉਹਦਾ ਲੂਣ ਖਾ ਕੇ ਅਸੀਂ ਉਸ ਜਿਹਦਾ ਲੂਣ ਖਾਂਦੇ ਆ ਉਹਦੀ ਕਿੰਨੀ ਕੁ ਚਾਕਰੀ ਕਰਦੇ ਆ, ਉਹਦਾ ਗੋਲਾ ਬਣ ਕੇ ਉਹਦੀ ਕਿੰਨੀ ਕੁ ਸੇਵਾ ਆਪਾਂ ਉਹਦੇ ਨਾਮ ਨਾਲ ਜੁੜਦੇ ਆ। ਤੇ ਜੇ ਅਸੀਂ ਉਹਦਾ ਦਿੱਤਾ ਖਾ ਕੇ ਉਹਦੇ ਨਾਮ ਨਾਲ ਨਹੀਂ ਜੁੜਦੇ, ਉਹਦੀ ਚਾਕਰੀ ਨਹੀਂ ਕਰਦੇ, ਤੇ ਲੂਣ ਹਰਾਮੀ ਆ। ਅਸੀਂ ਗੁਨਾਹਗਾਰ ਆ। ਅਸੀਂ ਅਕਿਰਤ ਘਣ ਕਿ ਦਿੱਤਾ ਖਾਂਦੇ ਕਿਸੇ ਦਾ ਪਏ ਆ, ਸ਼ੁਕਰਾਨਾ ਕਿਸੇ ਦਾ ਕਰਦੇ ਪਏ ਆ। ਜਦ ਕਿ ਬਾਣੀ ਵਿੱਚ ਸਮਝਾਇਆ ਸੀ ਕਿ ਤੂੰ ਜਦੋਂ ਕੁਝ ਖਾਂਦਾ ਹੈ ਤਾਂ ਧਿਆਨ ਰੱਖਿਆ ਕਰ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਕਹਿੰਦੇ ਆ ਤੇਰਾ ਦਿੱਤਾ ਖਾਵਣਾ, ਤੇ ਫਿਰ ਸ਼ੁਕਰਾਨਾ ਤੂੰ ਕਿਸੇ ਹੋਰ ਦਾ ਕਰੀ ਜਾਂਦਾ। ਜੀਵਨ ਤੂੰ ਦਿੱਤਾ ਹੋਇਆ ਕਿਸੇ ਹੋਰ ਦਾ ਜੀ ਰਿਹਾ ਹੈ, ਪਰ ਜੁੜਿਆ ਤੂੰ ਕਿਸੇ ਹੋਰ ਨਾਲ ਬੈਠਾ। ਦੱਸੋ ਆ ਮੜੀਆਂ ਤੇ ਮਸਾਣਾ ਨੇ ਕਿੰਨਾਂ ਨੂੰ ਜੀਵਨ ਦਿੱਤਾ ਹੈ? ਜਿੰਨੀਆਂ ਵੀ ਇਸ ਧਰਤੀ ਤੇ ਮੜੀਆਂ ਤੇ ਮਸਾਣਾ ਬਣੀਆਂ ਨੇ, ਕਦੀ ਕਿਸੇ ਨੇ ਜਨਮ ਦਿੱਤਾ ਕਿਸੇ ਨੂੰ? ਕਦੇ ਕਿਸੇ ਨੇ ਜੀਵਨ ਦਿੱਤਾ ਕਿਸੇ ਨੂੰ? ਉੱਥੇ ਤਾਂ ਜਾਂਦੇ ਹੀ ਮੁਰਦੇ ਨੇ। ਜਿਨ੍ਹਾਂ ਦੇ ਜੀਵਨ ਦੀ ਲੀਲਾ ਸਮਾਪਤ ਹੋ ਜਾਏ ਉੱਥੇ ਤਾਂ ਜਾਂਦੇ ਹੀ ਮੜੀਆਂ ਮਸਾਣਾ ਵਿੱਚ ਉਹ ਨੇ, ਤੇ ਅਸੀਂ ਜੁੜਦੇ ਉਹਦੇ ਨਾਲ ਜੀਵਨ ਦਿੱਤਾ ਹੋਇਆ ਮਾਲਕ ਦਾ। ਤਾਈ ਤੇ ਸਾਹਿਬ ਨੇ ਕਿਹਾ ਸੀ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਤੂੰ ਕਿਉਂ ਉਹਨੂੰ ਭੁਲਾ ਦਿੱਤਾ ਜਿਹਦਾ ਦਿੱਤਾ ਹੋਇਆ ਜੀਵਨ ਤੂੰ ਜੀ ਰਿਹਾ ਹੈ। ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਤੈਨੂੰ ਸਭ ਕੁਝ ਜਿਹਨੇ ਦਾਤਾਂ ਦਿੱਤੀਆਂ ਤੂੰ ਉਹਨੂੰ ਵਿਸਾਰ ਕੇ ਫਿਰ ਦੇਹਧਾਰੀ ਨਾਲ ਜੁੜਿਆ ਹੋਇਆ, ਤੂੰ ਫਿਰ ਮੜੀ ਮਸਾਣ ਨਾਲ ਜੁੜਿਆ ਹੋਇਆ। ਇਹ ਅਕਿਰਤ ਘਣ ਨਹੀਂ ਤੇ ਹੋਰ ਕੀ ਹੈ? ਇਹ ਤੂੰ ਨਾਮ ਸਾਹਿਬ ਦਾ ਜਪਣਾ ਸੀ, ਤੂੰ ਬੰਦਿਆਂ ਦਾ ਨਾਮ ਜਪਦਾ ਪਿਆ। ਇਹ ਲੂਣ ਹਰਾਮੀ ਨਹੀਂ ਤੇ ਹੋਰ ਕੀ ਹੈ?
ਵੀ ਨਮਕ ਕਿਸੇ ਦਾ ਘਰ ਦਾ ਖਾਦਾ ਸੀ, ਉਸਤਤ ਕਿਸੇ ਹੋਰ ਦੀ ਕਰਦਾ ਪਿਆ। ਕਹਿੰਦੇ ਇਹ ਅਕਿਰਤ ਕਣ ਲੂਣ ਹਰਾਮੀ ਗੁਨਾਹਗਾਰ ਵਾਲੇ ਕੰਮ ਨੇ। ਇਹ ਧਰਤੀ ਤੇ ਬੋਝ, ਧਰਤੀ ਤੇ ਭਾਰ ਨੇ। ਤੇ ਧਰਤੀ ਦੋ ਹੈ, ਇੱਕ ਜਿੱਥੇ ਆਪਾਂ ਬੈਠੇ ਆ ਔਰ ਇੱਕ ਧਰਤੀ ਸਰੀਰ ਹੈ। ਇਹ ਦੋਵਾਂ ਤੇ ਹੀ ਭਾਰ ਨੇ ਜਿਹੜੇ ਅਕਿਰਤ ਕਣ ਹੁੰਦੇ ਨੇ, ਜਿਹੜੇ ਪਰਮੇਸ਼ਵਰ ਦੇ ਨਾਮ ਨੂੰ ਵਿਸਾਰ ਕੇ ਤੇ ਦੁਨੀਆ ਦੇ ਨਾਮ ਦਿਨ ਰਾਤ ਜਪਦੇ ਨੇ। ਕਹਿੰਦੇ ਉਹ ਅਕਿਰਤ ਕਣ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਇਹੋ ਜਿਹੇ ਲੋਕ ਮੇਰੀ ਬਰਾਬਰੀ ਕਿੱਥੇ ਕਰ ਲੈਣਗੇ। ਇੱਥੇ ਹੰਕਾਰ ਨਾ ਸਮਝਿਓ। ਇੱਕ ਬੰਦਾ ਹਜੇ 100 ਕਿਲੋਮੀਟਰ ਦਾ ਸਫ਼ਰ ਸੀ, ਇੱਕ ਬੰਦਾ ਹਜੇ 10 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਖਲੋਤਾ ਔਰ ਇੱਕ ਨੇ 100 ਕਿਲੋਮੀਟਰ ਸਫ਼ਰ 90 ਕਿਲੋਮੀਟਰ ਅੱਗੇ ਚਲਾ ਗਿਆ। ਹੁਣ ਉਹ ਕੀ ਕਹੇਗਾ? ਉਹ ਕਹੇਗਾ ਵੀ ਜਿਹੜਾ 90 ਕਿਲੋਮੀਟਰ ਪਿੱਛੇ ਖਲੋਤਾ ਹੋਇਆ ਉਹ ਅੱਜ ਮੇਰੇ ਨਾਲ ਕਿਵੇਂ ਰਲ ਜਾਏਗਾ ਆ ਕੇ, ਉਹ ਅੱਜ ਮੇਰੇ ਬਰਾਬਰ ਕਿਵੇਂ ਆ ਕੇ ਖਲੋ ਜਾਏਗਾ। ਕਹਿਣ ਲੱਗੇ ਨਹੀਂ, ਹਾਂ ਉਹ 90 ਕਿਲੋਮੀਟਰ ਪਿੱਛੇ ਖਲੋ ਕੇ ਰੀਸ ਭਾਵੇਂ ਮੇਰੀ ਕਰੀ ਜਾਏ ਪਰ ਅਸਲ ਵਿੱਚ ਉਹ ਬਰਾਬਰੀ ਨਹੀਂ ਕਰ ਸਕਦਾ। ਹੁਣ ਸੰਸਾਰੀ ਲੋਕ ਭਗਤਾਂ ਦੀ ਬਰਾਬਰੀ ਕਰ ਲੈਣਗੇ? ਨਹੀਂ ਕਰ ਸਕਦੇ। ਦੁਨਿਆਵੀ ਲੋਕ ਤਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਭਰੇ ਹੋਏ, ਨਿੰਦਾ ਚੁਗਲੀ ਬੁਰਾਈ ਨਾਲ ਭਰੇ ਹੋਏ, ਉਹ ਭਗਤਾਂ ਦੀ ਬਰਾਬਰੀ ਕਿੱਥੋਂ ਕਰ ਲੈਣਗੇ? ਭਗਤ ਤਾਂ ਇਹਨਾਂ ਸਾਰਿਆਂ ਤੋਂ ਮੁਕਤ ਹੋ ਚੁੱਕੇ ਨੇ। ਸਾਨੂੰ ਭਰਾ ਵਿੱਚੋਂ ਵੀ ਭਰਾ ਨਹੀਂ ਨਜ਼ਰ ਆਉਂਦਾ, ਮਾਂ ਵਿੱਚੋਂ ਮਾਂ ਨਜ਼ਰ ਨਹੀਂ ਆਉਂਦੀ, ਪਿਤਾ ਵਿੱਚੋਂ ਪਿਤਾ, ਭੈਣ ਵਿੱਚੋਂ ਭੈਣ ਨਜ਼ਰ ਨਹੀਂ ਆਉਂਦੀ। ਬਈ ਅਸੀਂ ਭਗਤਾਂ ਦੀ ਬਰਾਬਰੀ ਕਰ ਲਾਂਗੇ ਜਿਹੜੇ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਜਿਹੜੇ ਕਹਿ ਰਹੇ ਨੇ ਕਿ ਸਭਨਾਂ ਵਿੱਚ ਉਹਦੀ ਜੋਤ ਰੱਬੀ ਜੋਤ ਹੈ, ਅਸੀਂ ਤੇ ਰੱਬੀ ਜੋਤ ਨਾਲ ਜੁੜੇ ਹੋਏ ਆ। ਜਿਹੜੇ ਕਹਿੰਦੇ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਅਸੀਂ ਉਹਨਾਂ ਦੀ ਬਰਾਬਰੀ ਨਹੀਂ। ਹਾਂ ਰੀਸ ਭਾਵੇਂ ਜਿੰਨੀ ਮਰਜ਼ੀ ਕਰ ਲਓ, ਪਰ ਮਹਾਰਾਜ ਕਹਿੰਦੇ ਨੇ ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ, ਨਾਨਕ ਨਦਰੀ ਪਾਈ ਐ, ਕੂੜੀ ਕੂੜੇ ਠੀਸ। ਕਹਿੰਦੇ ਜਿਹੜਾ ਇਹਨੇ ਝੂਠ ਬੋਲਿਆ ਨਾ ਰੀਸ ਕਰਕੇ, ਭਗਤਾਂ ਦਾ ਧਰਮੀ ਲੋਕਾਂ ਦਾ ਪਹਿਰਾਵਾ ਪਾ ਕੇ, ਇਹਦਾ ਝੂਠ ਇੱਕ ਦਿਨ ਪਕੜਿਆ ਜਾਏਗਾ, ਇਹਦੀਆਂ ਗੱਪਾਂ ਇੱਕ ਦਿਨ ਸਾਹਮਣੇ ਆ ਜਾਣਗੀਆਂ। ਫਿਰ ਬੰਦਾ ਕਹੇਗਾ ਵੀ ਛੱਡ, ਉਹਦਾ ਕੀ ਕਹਿਣਾ, ਉਹ ਤੇ ਗੱਪਾਂ ਹੀ ਬੜੀਆਂ ਮਾਰਦਾ, ਉਹ ਤੇ ਗੱਲਾਂ ਹੀ ਬੜੀਆਂ ਕਰਦਾ, ਉਹਦੀ ਗੱਲ ਨਾ ਕਰ ਕਿਉਂਕਿ ਉਹਦਾ ਪਾਜ ਉਗੜ ਗਿਆ। ਇਸ ਲਈ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੈਂ ਤਾਂ ਆਪਣੀ ਮੱਤ ਭੰਨ ਲਈ, ਮੈਂ ਤਾਂ ਚੰਗੀ ਮੱਤ ਜਿਹੜੀ ਸੀ ਉਹ ਬਣਾ ਲਈ, ਤੇ ਮੈਂ ਆਪਣੀ ਤ੍ਰੈ ਗੁਣੀ ਮਾਇਆ ਨਾਲੋਂ ਸੁਰਤ ਤੋੜ ਕੇ ਨਿਰੰਕਾਰ ਨਾਲ ਜੋੜ ਲਈ। ਤੇ ਜਿਹੜੇ ਅੱਜ ਵੀ ਇਸ ਧਰਤੀ ਤੇ ਆ ਪਹਿਲਾ ਸ਼ਲੋਕ ਲੈ ਕੇ ਚੱਲੋ, ਫਰੀਦਾ ਹਿੱਟ ਸਿਰਾਣੇ ਭੋਏ ਸਵਣ ਕੀੜਾ ਲੜਿਓ। ਜਿਹੜੇ ਹਜੇ ਵੀ ਇਸ ਅਵਸਥਾ ਵਾਲੇ ਨੇ, ਬਾਬਾ ਫਰੀਦ ਸਾਹਿਬ ਕਹਿੰਦੇ ਉਹ ਅੱਜ ਮੇਰੇ ਬਰਾਬਰ ਕਿੱਥੇ ਪਹੁੰਚ ਜਾਣਗੇ। ਜਿੱਥੇ ਅੱਜ ਭਗਤੀ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਅਸੀਂ ਦੇਖੋ ਗੁਰਬਾਣੀ ਜ਼ਰੂਰ ਪੜ੍ਹ ਰਹੇ ਹਾਂ, ਕਬੀਰ ਸਾਹਿਬ ਜੀ ਦੀ, ਬਾਬਾ ਫਰੀਦ ਸਾਹਿਬ ਜੀ ਦੀ, ਭਗਤ ਰਵਿਦਾਸ ਜੀ ਦੀ, ਪਰ ਅੰਦਰ ਝਾਤੀ ਮਾਰੋ ਕਿ ਅਸੀਂ ਰਵਿਦਾਸ ਜੀ ਦੇ ਬਰਾਬਰ ਹੋ ਗਏ, ਕਿ ਅਸੀਂ ਕਬੀਰ ਸਾਹਿਬ ਜੀ ਦੀ ਸੋਚ ਦੇ ਬਰਾਬਰ ਆਪਣੀ ਸੋਚ ਕਰ ਲਈ, ਕਿ ਜਿਹੜੀ 15 ਭਗਤਾਂ ਦੀ ਬਾਣੀ ਜਿਹੜੀ ਹੈ ਅਸੀਂ ਆਪਣੀ ਮੱਤ ਉਦਾਂ ਦੀ ਕਰ ਚੁੱਕੇ ਹਾਂ। ਨਹੀਂ, ਬੜਾ ਔਖਾ ਹੈ। ਅਸੀਂ ਕਹਿੰਦੇ ਹਾਂ ਉਹ ਕਬੀਰ ਜੀ ਸਨ ਜਿਹੜੇ ਕਰ ਗਏ, ਸਾਡਾ ਤੇ ਦੁਨੀਆ ਵਿੱਚ ਆਪਣੀ ਮੱਤ ਇਦਾਂ ਦੀ ਕਰਨੀ ਬੜੀ ਔਖੀ ਹੈ। ਇਸ ਲਈ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜੋ ਸੱਜਣ ਭੋਏ ਭਾਰ ਥੇ, ਭਾਰ ਕੌਣ ਕਿਹਨਾਂ ਦਾ ਸੀ? ਅਕਿਰਤ ਕਣ। ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਜਿਨ੍ਹਾਂ ਨੂੰ ਨਾਮ ਵਿਸਰ ਗਿਆ, ਪਰਮੇਸ਼ਵਰ ਦਾ ਆਪਣਾ ਅੰਦਰ ਮੂਲ ਭੁੱਲ ਗਿਆ, ਉਹ ਸਰੀਰ ਨਾਲ ਜੁੜੇ ਵਿਕਾਰਾਂ ਦਾ ਕੀੜਾ ਉਹਨਾਂ ਦੇ ਲੜਦਾ ਪਿਆ, ਹੰਕਾਰ ਦੀ ਇੱਟ ਰੱਖ ਕੇ ਸੁੱਤੇ ਪਏ ਨੇ ਮੋਹ ਮਾਇਆ ਦੀ ਨੀਂਦ ਵਿੱਚ। ਕਹਿੰਦੇ ਜੋ ਸੱਜਣ ਭੋਏ ਭਾਰ ਥੇ, ਜਿਹੜੇ ਇਸ ਧਰਤੀ ਤੇ ਆ ਸਰੀਰ ਤੇ ਬੋਝ ਹੀ ਸਨ, ਸਰੀਰ ਤੇ ਭਾਰੀ ਸੀ। ਕਹਿੰਦੇ ਸੇ ਕਿਉਂ ਆਵੈ ਹੈ ਅੱਜ, ਕਹਿੰਦੇ ਜਿੱਥੇ ਅੱਜ ਮੈਂ ਜੀ ਰਿਹਾ ਨਾ ਆਪਣੀ ਸੁਰਤ ਨੂੰ ਨਿਰੰਕਾਰ ਨਾਲ ਜੋੜ ਕੇ, ਉਹ ਲੋਕ ਅੱਜ ਕਿੱਥੇ ਆ ਕੇ ਇੱਥੇ ਮੇਰੇ ਨਾਲ ਜੁੜ ਸਕਦੇ ਆ, ਕਿਉਂਕਿ ਉਹ ਤਾਂ ਹਜੇ ਸੁੱਤੇ ਹੀ ਪਏ ਨੇ ਗੁੜੀ ਨੀਂਦ ਵਿੱਚ, ਉਹਨਾਂ ਨੂੰ ਤੇ ਹਜੇ ਜਾਗ ਹੀ ਕੋਈ ਨਹੀਂ ਆਈ, ਉਹਨਾਂ ਨੂੰ ਤੇ ਵਿਕਾਰਾਂ ਦੇ ਕੀੜੇ ਲੜਨ ਦਾ ਅਸਰ ਹੀ ਨਹੀਂ ਹਜੇ ਮਹਿਸੂਸ ਹੋਇਆ, ਇਸ ਲਈ ਉਹ ਤਾਂ ਸੁੱਤੇ ਪਏ। ਹੁਣ ਧਿਆਨ ਰੱਖਿਓ, ਜਾਗਦੇ ਨੂੰ ਜਾਗਦਾ ਮਿਲੇਗਾ, ਸੁੱਤੇ ਨੂੰ ਸੁੱਤਾ ਹੀ ਮਿਲ ਸਕਦਾ ਹੈ। ਜਿਹੜੇ ਵਿਕਾਰਾਂ ਦੀ ਨੀਂਦ 'ਚ ਸੁੱਤੇ ਨੇ ਉਹ ਕੁੜਿਆਰ ਨੇ, ਤੇ ਕੁੜਿਆਰਾਂ ਨੇ
ਕੂੜ ਵਿੱਚ ਜਾ ਕੇ ਰਲਣਾ। ਜਿਹੜੇ ਅੰਦਰੋਂ ਜਾਗ ਗਏ ਉਹ ਸਚਿਆਰ ਨੇ, ਤੇ ਜਾਗੇ ਹੋਏ ਸਚਿਆਰ ਹੀ ਸੱਚ ਕੋਲ ਆ ਕੇ ਜੁੜਦੇ ਨੇ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਇਸ ਲਈ ਬਾਬਾ ਫਰੀਦ ਜੀ ਨੇ ਆਖਿਆ, ਉਹ ਸੱਜਣ ਜਿਹੜੇ ਤੁਰੇ ਤਾਂ ਮੇਰੇ ਨਾਲ ਸਨ, ਪਰ ਉਹ ਸੁੱਤੇ ਰਹਿ ਗਏ, ਤੇ ਮੈਂ ਭਗਤੀ ਕਰਕੇ, ਭਗਤੀ ਦਾ ਜਾਗ ਲਾ ਕੇ, ਆਪਣੀ ਮੱਤ ਨੂੰ ਚੰਗਾ ਕਰਕੇ, ਸੁਰਤ ਨੂੰ ਸੰਸਾਰ ਨਾਲੋਂ ਤੋੜ ਕੇ ਨਿਰੰਕਾਰ ਨਾਲ ਜੋੜ ਕੇ, ਮੈਂ ਤਾਂ ਜਿਸ ਮੰਜ਼ਲ ਤੇ ਪਹੁੰਚਣਾ ਸੀ ਪਹੁੰਚ ਗਿਆ, ਪਰ ਜਿਹੜੇ ਸੁੱਤੇ ਨੇ ਸੇ ਕਿਉਂ ਆਵਹਿ ਅੱਜ। ਉਹ ਅੱਜ ਕਿੱਥੇ ਮੇਰੇ ਬਰਾਬਰ। ਹੁਣ ਇੱਕ 100 ਮੀਲ ਤੇ ਹੈ, ਇੱਕ 10 ਮੀਲ ਤੇ ਹੈ, ਉਹਨੂੰ ਸਫ਼ਰ ਤੈਅ ਕਰਕੇ ਪਹੁੰਚਣਾ ਪਏਗਾ ਨਾ। ਇਸ ਲਈ ਬਾਬਾ ਫਰੀਦ ਸਾਹਿਬ ਕਹਿੰਦੇ ਆ ਕਿ ਜੇ ਤੁਸੀਂ ਵੀ ਆਪਣਾ ਅੱਜ ਸਵਾਰਨਾ ਚਾਹੁੰਦੇ ਹੋ ਤਾਂ ਫਿਰ ਗੁਰੂ ਦੀ ਮੱਤ ਲਓ, ਗੁਰੂ ਦੀ ਮੱਤ ਦੇ ਧਾਰਨੀ ਬਣੋ। ਕਿਵੇਂ ਬਣੀਏ? ਕਹਿੰਦੇ ਗੁਰੂ ਦੇ ਸ਼ਬਦ ਦੀ ਟਕਸਾਲ ਵਿੱਚ ਆ ਕੇ ਆਪਣੇ ਆਪ ਨੂੰ ਘੜਨ ਦਾ ਯਤਨ ਕਰੋ। ਭਾਵ ਜਿਹੜੀ ਬਾਣੀ ਪੜ੍ਹਦੇ ਆ, ਸੁਣਦੇ ਆ, ਜੋ ਨਿਤਨੇਮ ਆਪਾਂ ਕਰਦੇ ਆ, ਉਹ ਕਰਨ ਤੋਂ ਬਾਅਦ ਇੱਕ ਅਰਦਾਸ ਜ਼ਰੂਰ ਕਰਿਆ ਕਰੀਏ ਕਿ ਜਿਹੜੀ ਬਾਣੀ ਪੜ੍ਹੀ ਸੁਣੀ ਆ ਇਹਦਾ ਕਿਤੇ ਜਾਗ ਅੰਦਰ ਲੱਗ ਜਾਏ, ਕਿਤੇ ਭਗਤੀ ਦਾ ਰੰਗ ਅੰਦਰ ਲੱਗ ਜਾਏ, ਤਾਂ ਅਸੀਂ ਵੀ ਬਾਬਾ ਫਰੀਦ ਸਾਹਿਬ ਵਾਂਗੂ ਆਪਣਾ ਜੀਵਨ ਸਫਲਾ ਕਰਕੇ ਆਪਣੀ ਮੱਤ ਨੂੰ ਸੋਹਣਾ ਬਣਾ ਸਕਦੇ ਹਾਂ। ਭਿੱਜ ਕੇ ਅਰਦਾਸ ਇਹੀ ਕਰਨੀ ਹੈ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ। ਇਹ ਅਰਦਾਸ ਕਰੀਏ ਸਾਡੀ ਵੀ ਮਾੜੀ ਮੱਤ ਕੁਮੱਤ ਜਿਹੜੀ ਹੈ ਇਹ ਮਟਕੀ ਭੱਜੀ ਜਾਏ, ਟੁੱਟ ਜਾਏ। ਚੰਗੀ ਮੱਤ ਵਾਲੀ ਮਟਕੀ ਲੈ ਕੇ ਚੰਗੀ ਵਿਚਾਰ, ਚੰਗੀ ਸੋਚ, ਚੰਗੇ ਖਿਆਲ, ਚੰਗਾ ਆਚਰਨ ਆਪਣਾ ਬਣਾ ਕੇ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਵਾਲਾ ਜੀਵਨ ਬਣਾ ਸਕੀਏ। ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੀ ਬਾਣੀ ਨਾਲ ਜੋੜਨ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਬਖਸ਼ ਕੇ ਆਪ ਵਿਚਾਰ ਕਰਵਾ ਲੈਣ। ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਫਰੀਦਾ ਪੰਨੀ ਕੜੀ ਸਵਨਵੀ, ਟੂਟੀ ਨਾਗਰ ਲੱਜ। ਜੋ ਸੱਜਣ ਪੋਏ ਭਾਰ ਥੇ, ਸੇ ਕਿਉ ਆਵਹਿ ਅੱਜ। ਵਾਹਿਗੁਰੂ ਜੀ ਕਾ ਖਾਲਸਾ,